सत श्री अकाल जी, बहुत बहुत स्वागत तुहाडा इस खास प्रोग्राम ਦੇ ਵਿੱਚ ਤੇ ਮੈਂ ਪ੍ਰੀਤ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਸ਼ੋਅ ਲੈ ਕੇ ਹਾਜ਼ਰ ਹਾਂ। ਅੱਜ ਦਾ ਸ਼ੋਅ ਵੀ ਉਹਨਾਂ ਬੱਚਿਆਂ ਨੂੰ ਹੀ ਡੈਡੀਕੇਟ ਰਹੇਗਾ ਜਿਹੜੇ ਬੱਚਿਆਂ ਨੇ ਅਬਰੋਡ ਜਾਣਾ, ਆਪਣੇ ਡ੍ਰੀਮਸ ਨੂੰ ਪੂਰਾ ਕਰਨਾ ਚਾਹੁੰਦੇ ਨੇ, ਪਰ ਉਹਨਾਂ ਡ੍ਰੀਮਸ ਨੂੰ ਪੂਰਾ ਕਰਨ ਦੇ ਵਿੱਚ ਬਹੁਤ ਸਾਰੇ ਸਵਾਲ ਸਾਡੇ ਮਨ ਦੇ ਵਿੱਚ ਆ ਜਾਂਦੇ ਨੇ, ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ, ਜਿੱਥੇ ਸਾਨੂੰ ਟੈਨਸ਼ਨ ਹੁੰਦੀ ਹੈ ਕਿ ਹੁਣ ਅਸੀਂ ਬਾਹਰ ਜਾਣਾ ਹੈ, ਉੱਥੇ ਅਸੀਂ ਕਿਸ ਤਰੀਕੇ ਦੇ ਨਾਲ ਜਾਣਾ, ਕਿਹੜਾ ਕਾਉਂਸਲਰ ਚੂਜ਼ ਕਰਨਾ, ਕਿਉਂਕਿ ਅਸੀਂ ਰੋਜ਼ ਟੀਵੀ ਸ਼ੋਜ਼ ਦੇਖਦੇ ਹਾਂ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਬਹੁਤ ਸਾਰੀ ਕਨਫਿਊਜ਼ਨ ਸਾਡੇ ਮਨ ਦੇ ਵਿੱਚ ਜਿਹੜੀ ਆ ਕਹਿੰਦੇ ਨੇ ਕਿ ਜਦੋਂ ਜ਼ਿਆਦਾ ਨੌਲੇਜ ਹੋ ਜਾਂਦੀ ਉਹ ਵੀ ਖਤਰਨਾਕ ਹੁੰਦੀ ਹੈ। ਸੋ ਉਹੀ ਹੋਇਆ ਪਿਆ ਕਿ ਬੈਕ ਟੂ ਬੈਕ ਸ਼ੋਜ਼ ਦੇਖਦੇ ਹਾਂ, ਇੱਕ ਸ਼ੋਅ 'ਚ ਕੁਛ ਹੋਰ ਗਿਆ, ਦੂਜੇ 'ਚ ਕੁਛ ਹੋਰ ਕਿਹਾ ਗਿਆ, ਤਾਂ ਉਹ ਸੋ ਸਾਡੇ ਮਨ ਦੇ ਵਿੱਚ ਵੀ ਇੱਕ ਖਿਚੜੀ ਪੱਕ ਜਾਂਦੀ ਹੈ ਕਿ ਹੁਣ ਅਸੀਂ ਕੀ ਕਰੀਏ, ਕੋਈ ਤਾਂ ਕੁਛ ਕਹਿ ਰਿਹਾ, ਕੋਈ ਤਾਂ ਕੁਛ ਕਹਿ ਰਿਹਾ। ਸੋ ਇਸੇ ਕਰਕੇ ਹਮੇਸ਼ਾ ਇਸ ਮੰਚ 'ਤੇ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਉਹਨਾਂ ਐਕਸਪਰਟਸ ਨੂੰ ਹੀ ਤੁਹਾਡੇ ਨਾਲ ਮਿਲਾਇਆ ਜਾਏ ਜੋ ਕਿ ਪ੍ਰੋਪਰ ਤਰੀਕੇ ਦੇ ਨਾਲ ਜੈਨੂਅਨ ਹੋਣ, ਜਿਨ੍ਹਾਂ ਨੂੰ ਸਾਲਾਂ ਦਾ ਐਕਸਪੀਰੀਅੰਸ ਹੋਵੇ, ਜਿਹੜੇ ਕਿ ਸਿਰਫ ਇਹ ਨਹੀਂ ਹੋ ਕਿ ਝੂਠੇ ਦਾਅਵੇ ਵਾਅਦੇ ਹੀ ਆ ਕੇ ਮੰਚ 'ਤੇ ਕਰਨ, ਜਿਹੜੇ ਇੱਕ ਜੈਨੂਅਨ ਇਨਫੋਰਮੇਸ਼ਨ ਤੁਹਾਨੂੰ ਦੇਣ, ਜਿਨ੍ਹਾਂ ਦਾ ਮਕਸਦ ਫਾਈਲਾਂ ਇਕੱਠੀਆਂ ਕਰਨਾ ਨਾ ਹੋਵੇ, ਜਿਨ੍ਹਾਂ ਦਾ ਮਕਸਦ ਹੋਵੇ ਕਿ ਅਸੀਂ ਵੀਜ਼ਾ ਲੈ ਕੇ ਆਉਣੇ ਨੇ। ਸੋ ਉਹਨਾਂ ਦੇ ਲਈ ਚਾਹੇ ਜੇਕਰ ਕੋਰੀ ਤੁਹਾਨੂੰ ਬਹੁਤ ਸਾਰੇ ਇੱਦਾਂ ਦੇ ਕੰਸਲਟੈਂਟ ਹੁੰਦੇ ਨੇ ਜੋ ਤੁਹਾਨੂੰ ਵੀ ਬੁਰਾ ਲੱਗਦਾ ਹੋਏਗਾ ਕਿ ਤੁਹਾਡਾ ਪ੍ਰੋਫਾਈਲ ਦੇਖ ਕੇ ਕੋਰੀ ਨਾ ਵੀ ਕਰ ਦਿੰਦੇ ਨੇ ਹੈ, ਸੋ ਉਹੀ ਜੈਨੂਅਨ ਹੁੰਦੇ ਨੇ ਜੋ ਤੁਹਾਨੂੰ ਕਹਿੰਦੇ ਨੇ ਕਿ ਆਪਣੇ ਪ੍ਰੋਫਾਈਲ ਦੇ ਵਿੱਚ ਚੇਂਜਸ ਕਰੋ। ਪਰ ਦੂਜੇ ਪਾਸੇ ਬਹੁਤ ਸਾਰੀ ਇੱਦਾਂ ਦੀ ਕੰਪਨੀ, ਇੱਦਾਂ ਦੇ ਏਜੰਟਸ ਹੁੰਦੇ ਨੇ ਜੋ ਕਿ ਕਹਿੰਦੇ ਨੇ ਜਿੱਦਾਂ ਦਾ ਮਰਜ਼ੀ ਤੁਹਾਡਾ ਪ੍ਰੋਫਾਈਲ ਹੈ ਜੀ, 5 ਬੈਂਡ ਅਸੀਂ ਤਾਂ ਵੀ ਤੁਹਾਡਾ ਵੀਜ਼ਾ ਲਗਵਾ ਦਾਂਗੇ। ਸੋ ਕਿਰਪਾ ਕਰਕੇ ਇੱਦਾਂ ਦੀਆਂ ਅਫਵਾਹਾਂ, ਇੱਦਾਂ ਦੇ ਰਿਊਮਰਸ ਦੇ ਵਿੱਚ ਨਾ ਆਓ, ਉੱਥੇ ਜਾ ਕੇ ਤੁਹਾਡੇ ਨਾਲ ਠੱਗੀ ਵੱਜਦੀ ਹੈ। ਹਮੇਸ਼ਾ ਅਸੀਂ ਆਪਣੇ ਸ਼ੋਅਜ਼ ਦੇ ਵਿੱਚ ਤੁਹਾਨੂੰ ਅਲਰਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਅੱਜ ਇੱਕ ਵਾਰ ਫਿਰ ਤੋਂ ਜੈਨੂਅਨ ਕੰਸਲਟੈਂਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਗਿਆ ਜੀ। ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਭਾਟੀਆ ਜੀ ਦੀ ਗੱਲ ਕਰ ਰਹੀ ਹਾਂ ਮੈਂ। ਸਵਾਗਤ ਕਰ ਲੈਂਦੇ ਹਾਂ। ਹੈਲੋ ਸਰ, ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ ਰਮਨ, ਤੁਸੀਂ ਬਹੁਤ ਹੀ ਵਧੀਆ ਇੰਟਰੋਡਕਸ਼ਨ ਦਿੱਤੀ ਔਰ ਬੱਚਿਆਂ ਨੂੰ ਸਹੀ ਗਾਈਡੈਂਸ ਦੇਣ ਦੀ ਗੱਲ ਕੀਤੀ ਹੈ, ਜੋ ਕਿ ਸਾਡਾ ਹਮੇਸ਼ਾ ਹੀ ਮੋਟੋ ਰਿਹਾ। ਸੋ ਅੱਜ ਪਿਛਲੇ 16 ਸਾਲਾਂ 'ਚ ਜੇ ਅਸੀਂ ਇੱਥੇ ਪਹੁੰਚ ਚੁੱਕੇ ਹਾਂ ਤਾਂ ਉਹ ਸਿਰਫ ਜੈਨੂਅਨ ਗਾਈਡੈਂਸ ਕਰਕੇ ਹੀ ਪਹੁੰਚੇ ਹਾਂ। ਔਰ ਸਾਰੇ ਕਲਾਇੰਟਸ ਜਿਹੜੇ ਸਾਡੇ ਨਾਲ ਸਪੋਰਟ ਕਰਦੇ ਨੇ, ਸਾਡੇ ਨਾਲ ਜੁੜੇ ਹੋਏ ਆ ਬਹੁਤ ਪੁਰਾਣੇ, ਸੋ ਉਹਨਾਂ ਕਰਕੇ ਸਾਡੀ ਇਹ ਅਚੀਵਮੈਂਟ ਹੈ ਕਿ ਅਸੀਂ ਇੰਨੇ ਵੱਡੇ ਨੰਬਰਸ 'ਚ ਬੱਚਿਆਂ ਦਾ ਵੀਜ਼ਾ ਲਵਾ ਸਕੇ ਔਰ ਸਹੀ ਗਾਈਡੈਂਸ ਦੇ ਸਕੇ। ਸੋ ਬਹੁਤ ਇੰਪੋਰਟੈਂਟ ਹੈ ਬੱਚਿਆਂ ਵਾਸਤੇ ਸਹੀ ਇਨਫੋਰਮੇਸ਼ਨ ਸੁਣਨਾ, ਬਿਕੋਜ਼ ਇੰਨੀ ਕੁ ਇਨਫੋਰਮੇਸ਼ਨ ਅੱਜ ਦੀ ਡੇਟ 'ਚ ਰੋਜ਼ ਮਿਲਦੀ ਹੈ। ਹਜ਼ਾਰਾਂ ਬੋਰਡ ਲੱਗੇ ਹੋਏ ਆ ਮਾਰਕੀਟ 'ਚ, ਇੰਨੀ ਜ਼ਿਆਦਾ ਕਨਫਿਊਜ਼ਨ ਹੈ ਕਿ ਕਿਹੜਾ ਸਹੀ ਹੈ, ਕਿਹੜਾ ਗਲਤ ਹੈ, ਕਿਹੜਾ ਸਹੀ ਤਰੀਕੇ ਕੰਮ ਕਰਦਾ, ਕਿਹੜਾ ਗਲਤ ਤਰੀਕੇ ਕੰਮ ਕਰਦਾ, ਉਹਦੀ ਜਜਮੈਂਟ ਕਰਨੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਪਹਿਲਾਂ ਤਾਂ ਇਨਫੋਰਮੇਸ਼ਨ ਸਹੀ ਤਾਂ ਬੜੀ ਦੂਰ ਦੀ ਗੱਲ ਹੈ, ਪਹਿਲਾਂ ਇਹ ਜੱਜ ਕਰਨਾ ਕਿ ਜਿਹੜਾ ਇਹ ਬੋਲ ਰਿਹਾ ਇਹ ਸਹੀ ਵੀ ਬੋਲ ਰਿਹਾ ਕਿ ਨਹੀਂ ਬੋਲ ਰਿਹਾ, ਉਹ ਜੱਜ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜੀ ਬਿਲਕੁਲ ਜੀ, ਅਤੇ ਉਹ ਜਜਮੈਂਟ ਜਿਹੜੀ ਹੈਗੀ ਉਹਦੇ ਲਈ ਤੁਹਾਡਾ ਅਲਰਟ ਹੋਣਾ ਬਹੁਤ ਜ਼ਰੂਰੀ ਹੈਗਾ। ਸੋ ਸਰ, ਮੈਂ ਤੁਹਾਨੂੰ ਹੀ ਪੁੱਛਣਾ ਚਾਹਾਂਗੀ ਇਹ ਵੀ ਸਵਾਲ ਕਿ ਬੱਚੇ ਜੱਜ ਕਿੱਦਾਂ ਕਰਨ ਹੁਣ, ਕਿਉਂਕਿ ਹਰ ਕੋਈ ਕਹਿੰਦਾ ਮੈਂ ਬੈਸਟ ਹੈ ਬਈ। ਸੋ ਦੇਖੋ, ਬਹੁਤ ਸਾਰੇ ਲੋਕ ਇੱਦਾਂ ਦੇ ਆ ਜਿਹੜੇ ਕਹਿੰਦੇ ਕਿ ਮੈਨੂੰ ਇੰਨੇ ਸਾਲਾਂ ਦਾ ਤਜਰਬਾ ਹੈ, ਪਰ ਉਹ ਝੂਠ ਕਹਿੰਦੇ ਆ। ਤੁਸੀਂ ਦੇਖੋਗੇ ਉਹਨਾਂ ਦੇ ਦਫ਼ਤਰ ਕਦੋਂ ਖੁੱਲ੍ਹੇ, ਕਿੰਨੇ ਪੁਰਾਣੇ ਆ, ਕਿੰਨੇ ਕੁ ਵੀਜ਼ਾ ਲਵਾ ਚੁੱਕੇ ਆ। ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਦਫ਼ਤਰ ਦਾ ਸੈਟਅਪ ਕਿੱਦਾਂ ਦਾ ਹੈ, ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੇ ਪੁਰਾਣੇ ਆ ਜਾਂ ਕਿੰਨਾ ਤਜਰਬਾ ਉਹਨਾਂ ਨੂੰ। ਸੈਕਿੰਡਲੀ, ਮੈਂ ਇਹ ਚੀਜ਼ ਬਹੁਤ ਰਿਅਲਾਈਜ਼ ਕੀਤੀ ਹੈ ਕਿ ਖੁਦ ਕੋਈ ਵੀ ਕੰਸਲਟੈਂਟ ਬਹੁਤ ਘੱਟ ਹੈ। ਤੁਸੀਂ ਉਹਨਾਂ ਨੂੰ ਪੁੱਛੋ ਕਿ ਤੁਸੀਂ ਕਦੀ ਕੈਨੇਡਾ ਗਏ ਹੋ, ਤੁਸੀਂ ਕਦੀ USA ਗਏ ਹੋ, ਸੋ ਤੁਸੀਂ ਸਾਡੇ ਬੱਚੇ ਨੂੰ ਬਾਹਰ ਭੇਜਣ ਦੀ ਗੱਲ ਕਰਦੇ ਹੋ, ਤੁਸੀਂ ਉੱਥੇ ਯੂਨੀਵਰਸਿਟੀ ਕਾਲਜ 'ਚ ਜਾ ਕੇ ਵਿਜ਼ਿਟ ਕੀਤਾ ਕਿ ਕਿੱਦਾਂ ਸਾਡੇ ਬੱਚੇ ਨੂੰ ਸਰਵਿਸਿਜ਼ ਮਿਲਣਗੀਆਂ, ਜਾਂ ਜਿਹੜਾ ਪ੍ਰਾਈਵੇਟ ਕਾਲਜ ਉਹ ਤੁਹਾਨੂੰ ਗਾਈਡ ਕਰ ਰਹੇ ਆ ਉਹਦਾ ਕਿੱਦਾਂ ਦਾ ਇਨਫਰਾਸਟਰਕਚਰ ਹੈ। ਆਈ ਕੈਨ ਅਸ਼ੋਰ ਯੂ ਕਿ ਸਾਡਾ ਜਿਹੜੇ ਦਫ਼ਤਰ ਹੈਗੇ ਆ ਉਹ ਕਿਸੇ ਕਿੰਨੇ ਹੀ ਪ੍ਰਾਈਵੇਟ ਕਾਲਜ ਤੋਂ ਵੱਡੇ ਦਫ਼ਤਰ ਹੈ। ਤੁਸੀਂ ਪੂਰਾ ਸੈਟਅਪ ਦੇਖੋ, ਕਿੱਦਾਂ ਦੇ ਕੰਸਲਟੈਂਟ ਕੋਲ ਤੁਸੀਂ ਜਾ ਰਹੇ ਹੋ, ਉਹਦੇ ਰੀਸੈਂਟ ਵੀਜ਼ਾਜ਼ ਦੇਖੋ। ਅੱਜ ਕੱਲ੍ਹ ਤਾਂ ਵੀਜ਼ਾਜ਼ ਵੀ ਦਿਖਾਉਣੇ ਬਹੁਤ ਹੀ ਕਨਫਿਊਜ਼ਨ ਹੋ ਗਈ ਹੈ, ਕਲਰਡ ਪ੍ਰਿੰਟ ਕੱਢ ਲੈਂਦੇ ਆ, ਬਹੁਤ ਹੀ ਤਰ੍ਹਾਂ ਦੇ ਫਰੋਡ ਹੋਣ ਲੱਗ ਗਏ ਆ। ਸੋ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਚਣਾ ਬਹੁਤ ਜ਼ਿਆਦਾ ਸਾਡਾ ਜ਼ਰੂਰੀ ਹੈ, ਔਰ ਸਟੂਡੈਂਟਸ ਔਰ ਪੇਰੈਂਟਸ ਨੂੰ ਬਹੁਤ ਚੁਕੰਨਾ ਰਹਿਣਾ ਜ਼ਰੂਰੀ ਹੈ, ਕਿਉਂਕਿ ਅੱਜ ਦੀ ਡੇਟ 'ਚ ਇੰਨੀ ਇਨਫੋਰਮੇਸ਼ਨ ਹੈਗੀ, ਉਹਨੂੰ ਜੱਜ ਕਰਨਾ ਕਿਹੜੀ ਸਹੀ ਹੈ ਕਿਹੜੀ ਗਲਤ ਹੈ। ਸੋ ਦੇਖੋ, ਜਿਹੜਾ ਸਹੀ ਰਾਹ ਹੁੰਦਾ ਨਾ ਉਹ ਹਮੇਸ਼ਾ ਔਖਾ ਹੀ ਹੁੰਦਾ। ਸੋ ਮੈਂ ਹਮੇਸ਼ਾ ਹੀ ਸਟੂਡੈਂਟਸ ਨੂੰ ਸੱਚੀ ਗੱਲ ਦੱਸਦਾ ਔਰ ਸਹੀ ਗੱਲ ਕਰਨ ਦੀ ਕੋਸ਼ਿਸ਼ ਕਰਦਾ। ਔਰ ਕਾਫੀ ਸਾਰੇ ਬੱਚੇ ਇਹ ਵੀ ਕਹਿ ਦਿੰਦੇ ਕਿ ਸਰ ਤੁਸੀਂ ਬਿਲਕੁਲ ਹੀ ਕਹਿ ਦਿੰਦੇ ਹੋ ਕਿ ਵੀਜ਼ਾ ਲੱਗਣਾ ਹੈ ਨਹੀਂ ਲੱਗਣਾ, ਇਹ ਕੋਰਸ ਲੈਣਾ ਹੈ ਇਹ ਕੋਰਸ ਨਹੀਂ ਲੈਣਾ। ਬਿਲਕੁਲ, ਕਿਉਂਕਿ ਇਹ ਤੁਹਾਡਾ ਭਵਿੱਖ ਹੈ, ਤੁਹਾਡਾ ਕਰੀਅਰ ਹੈ, ਤੁਹਾਡੀ ਲਾਈਫ ਇੱਥੋਂ ਸਟਾਰਟ ਹੋਣੀ ਹੈ। ਔਰ ਜੇ 2-3 ਸਾਲ ਵਧੀਆ ਚਲੇ ਗਏ ਤਾਂ ਆਉਣ ਵਾਲੇ 30 ਤੋਂ 40 ਸਾਲ ਤੁਹਾਡੇ ਵਧੀਆ ਨਿਕਲਣਗੇ। ਔਰ ਜੇ 2-3 ਸਾਲ ਖਰਾਬ ਹੋ ਗਏ ਤਾਂ ਆਉਣ ਵਾਲੇ 30 ਤੋਂ 40 ਸਾਲ ਖਰਾਬ ਹੋ ਸਕਦੇ। ਜਿਵੇਂ ਦੇਖੋ, ਪਿੱਛੇ ਸੁਣਨ ਨੂੰ ਆਇਆ ਕਿ 700 ਬੱਚਾ ਡਿਪੋਰਟ ਹੋਇਆ। ਸੋ ਪਹਿਲੀ ਗੱਲ ਤਾਂ ਡਿਪੋਰਟ ਨਹੀਂ ਹੋਇਆ, ਪਰ ਕੈਨੇਡਾ ਸਰਕਾਰ ਨੇ ਜ਼ਰੂਰ ਕਾਫੀ ਬੱਚਿਆਂ ਨੂੰ ਉਹ ਚਿੱਠੀਆਂ ਭੇਜੀਆਂ ਕਿ ਤੁਹਾਡੀਆਂ ਆਫਰ ਲੈਟਰਸ
ਸਹੀ ਸੀ ਕਿ ਨਹੀਂ ਸੀ, ਵਾਟ ਇਜ਼ ਯੋਰ ਸਟੇਟਸ ਰਾਈਟ ਨਾਓ, ਆਪਣੀ ਤੁਸੀਂ ਕੀ ਕਹਿੰਦੇ ਆ ਜੈਨੂਇਨ ਡਾਕੂਮੈਂਟ ਸਬਮਿਟ ਕਰੋ। ਔਰ ਕੈਨੇਡਾ ਸਰਕਾਰ ਨੇ ਭੇਜਿਆ, ਇੱਕ ਵੀ ਬੱਚਾ ਵਾਪਸ ਨਹੀਂ। ਉਹ ਨਿਊਜ਼ ਨੂੰ ਬਹੁਤ ਹਾਈਲਾਈਟ ਕੀਤਾ ਗਿਆ, ਪਰ ਉਹ ਬੱਚੇ ਕਿਉਂ ਫਸੇ, ਉਸ ਸਿਚੁਏਸ਼ਨ 'ਚ ਹੀ ਕਿਉਂ ਫਸੇ? ਕਿਉਂਕਿ ਜਿਹੜੇ ਕੰਸਲਟੈਂਟ ਦੀ ਉਹਨਾਂ ਨੇ ਚੋਣ ਕੀਤੀ, ਉਹ ਕੰਸਲਟੈਂਟ ਨੇ ਉਹਨਾਂ ਨੂੰ ਸਹੀ ਤਰੀਕੇ ਕੈਨੇਡਾ ਨਹੀਂ ਪਹੁੰਚਾਇਆ। ਇਹ ਸਾਡੀ ਗਲਤੀ ਹੋ ਜਾਂਦੀ ਜਦੋਂ ਅਸੀਂ ਕਹਿੰਦੇ ਹਾਂ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਹੁਣ ਕੋਈ ਵੀ ਕੰਸਲਟੈਂਟ ਤੁਹਾਡੀ ਫੀਸ ਕਿਉਂ ਭਰੇਗਾ? ਉਹ ਫੇਕ ਫੀ ਰਿਸੀਟ ਤੁਹਾਡੀ ਫਾਈਲ 'ਚ ਲਗਾਏਗਾ, ਫੇਕ GIC ਤੁਹਾਡੀ ਫਾਈਲ 'ਚ ਲਗਾਏਗਾ ਤਾਂ ਕਿ ਤੁਹਾਡਾ ਵੀਜ਼ਾ ਲੱਗ ਜਾਏ। ਔਰ ਸਪੋਜ਼ ਵੀਜ਼ਾ ਲੱਗ ਜਾਏ ਤਾਂ ਕੱਲ੍ਹ ਨੂੰ ਉੱਥੋਂ ਮੁੜ ਕੇ ਵੀ ਆਉਣਾ ਪੈ ਸਕਦਾ ਹੈ। ਇਸ ਚੀਜ਼ ਦਾ ਵੀ ਆਪਾਂ ਖਿਆਲ ਰੱਖੀਏ। ਸੋ ਸਟੂਡੈਂਟਸ, ਇਹ ਚੀਜ਼ ਜਾਣਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਹੀ ਕਰਕੇ ਮੈਂ ਸਟੂਡੈਂਟਸ ਨੂੰ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਕਿ ਜਦੋਂ ਆਪਾਂ ਆਫਰ ਲੈਟਰ ਅਪਲਾਈ ਕਰਨੀ ਹੈ, ਮੇਕ ਸ਼ੋਰ ਕਿ ਉਹਦੇ ਵਿੱਚ ਤੁਹਾਡੀ ਈਮੇਲ ID ਜਾਏ ਤਾਂ ਕਿ ਕਾਲਜ ਦੀ ਜਿਹੜੀ ਕਮਿਊਨੀਕੇਸ਼ਨ ਹੈ ਉਹ ਤੁਹਾਡੇ ਦੇ ਨਾਲ ਡਾਇਰੈਕਟ ਹੋਏ। ਜਦੋਂ ਤੁਸੀਂ ਅੰਬੈਸੀ 'ਚ ਆਪਣੀ ਫਾਈਲ ਲਾਣੀ ਹੈ, ਮੇਕ ਸ਼ੋਰ ਕਿ ਈਮੇਲ ID ਤੁਹਾਡੇ ਕੋਲ ਹੋਵੇ ਤਾਂ ਕਿ ਜਿਹੜੀ ਅੰਬੈਸੀ ਤੋਂ ਕਮਿਊਨੀਕੇਸ਼ਨ ਹੋਵੇ ਡਾਇਰੈਕਟ ਹੋਏ। ਇੱਦਾਂ ਵੀ ਸੁਣਨ ਨੂੰ ਮਿਲਦਾ ਹੈ ਕਿ ਜਦੋਂ ਬੱਚੇ ਦੀ PPR ਆ ਜਾਂਦੀ ਹੈ ਤਾਂ ਕੰਸਲਟੈਂਟ ਉਹਨੂੰ ਫੋਨ ਕਰਕੇ ਕਹਿੰਦੇ ਕਿ ਤੁਹਾਡੀ ਇੰਟਰਵਿਊ ਆ ਗਈ ਹੈ। ਸੋ ਜਦੋਂ PPR, ਕਿਉਂਕਿ ਤੁਹਾਡੀ ਈਮੇਲ ID ਉਹਦੇ 'ਚ ਪਈ ਨਹੀਂ ਹੋਈ, ਸੋ ਕੰਸਲਟੈਂਟ ਫੋਨ ਕਰਕੇ ਕਹਿੰਦੇ ਤੁਹਾਡੀ ਇੰਟਰਵਿਊ ਆ ਗਈ ਹੈ ਔਰ ਇੰਟਰਵਿਊ ਅਸੀਂ ਤੁਹਾਡੀ ਕਲੀਅਰ ਕਰਾ ਦਾਂਗੇ, ਬਸ ਲੱਖਾਂ ਰੁਪਏ ਦੇਣ ਦੀ ਲੋੜ ਹੈਗੀ ਹੈ। ਸੋ ਇੱਦਾਂ ਦੇ ਵੀ ਫਰਾਡ ਹੁੰਦੇ ਆ। ਸੋ ਸਟੂਡੈਂਟ, ਇਹਨਾਂ ਦੇ ਫਰਾਡ ਤੋਂ ਬਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਜਦੋਂ GCK ਆਪਣੇ ਕੋਲ ਹੋਏਗੀ ਨਹੀਂ ਹੈ, ਜਦੋਂ ਸਾਨੂੰ ਸਹੀ ਕੰਸਲਟੈਂਟ ਚੋਣ ਹੀ ਨਹੀਂ ਕੀਤੀ ਹੋਏਗੀ ਤਾਂ ਫਰਾਡ ਹੋ ਸਕਦਾ ਹੈ, ਮਿਸਗਾਈਡੈਂਸ ਹੋ ਸਕਦੀ ਹੈ। ਸੋ ਸਟੂਡੈਂਟਸ, ਲੱਖਾਂ ਰੁਪਏ ਜਿਹੜੇ ਕੰਸਲਟੈਂਟ ਚੂਜ਼ ਲੈ ਰਹੇ ਆ ਤੁਹਾਡੇ ਤੋਂ, ਉਹਨਾਂ ਤੋਂ ਬਚੋ। ਲੈਂਡਮਾਰਕ ਇਮੀਗ੍ਰੇਸ਼ਨ ਕੋਈ ਪ੍ਰੋਸੈਸਿੰਗ ਫੀਸ ਨਹੀਂ ਲੈ ਰਿਹਾ, ਨਾ ਬਿਫੋਰ ਵੀਜ਼ਾ ਨਾ ਆਫਟਰ ਵੀਜ਼ਾ। ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਵਿਜ਼ਿਟ ਕਰਕੇ ਪ੍ਰੋਪਰ ਕਾਉਂਸਲਿੰਗ ਲੈ ਸਕਦੇ ਹੋ। 5000 10,000 ਜੇ ਕੋਈ ਚਾਰਜ ਕਰ ਰਿਹਾ, ਮੈਂ ਕਹਿ ਸਕਦਾ ਕਿ ਸ਼ਾਇਦ ਉਹ SOP ਰਾਈਟਿੰਗ ਦੇ ਚਾਰਜ ਕਰ ਰਿਹਾ, ਫਾਰਮ ਭਰਨ ਦੇ ਚਾਰਜ ਕਰ ਰਿਹਾ, ਪਰ ਜੇ ਇਸ ਤੋਂ ਉੱਤੇ ਕੋਈ ਤੁਹਾਡੇ ਤੋਂ ਚਾਰਜ ਕਰ ਰਿਹਾ ਉਹ ਤੁਹਾਡੇ ਨਾਲ ਗਲਤ ਕਰ ਰਿਹਾ। ਸੋ ਜੇ ਤੁਹਾਡਾ ਫਰੈਸ਼ ਕੇਸ ਹੈ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਕੋਈ ਪ੍ਰੋਸੈਸਿੰਗ ਫੀਸ ਨਹੀਂ ਲੈ ਰਿਹਾ। ਜੇ ਰਿਫਿਊਜ਼ਲ ਕੇਸ ਹੈ ਤਾਂ ਸਾਡੀ ਪ੍ਰੋਸੈਸਿੰਗ ਫੀਸ ਹੈਗੀ ਹੈ। ਮੈਂ ਪਹਿਲਾਂ ਹੀ ਦੱਸਦਾ ਦਰਸ਼ਕਾਂ ਨੂੰ, ਕਿਉਂਕਿ ਉੱਥੇ ਕਨਫਿਊਜ਼ਨ ਹੋ ਜਾਂਦੀ ਹੈ। ਕਿਉਂਕਿ ਰਿਫਿਊਜ਼ਲ ਕੇਸ 'ਤੇ ਮੈਂ ਪਰਟੀਕੂਲਰਲੀ ਬਹੁਤ ਜ਼ਿਆਦਾ ਧਿਆਨ ਦਿੰਦਾ। ਸੋ ਅੱਜ ਵੀ ਮੇਰੇ ਕੋਲ 7 ਰਿਫਿਊਜ਼ਲਾਂ ਤੋਂ ਬਾਅਦ 8ਵੀਂ ਵਾਰੀ ਵੀਜ਼ਾ ਆਇਆ। ਬੱਚਾ ਬਹੁਤ ਜ਼ਿਆਦਾ ਮੈਂ ਕਹਾਂਗਾ ਕਿ ਗਰੀਬ ਪਰਿਵਾਰ ਤੋਂ ਸੀ, 7 ਵਾਰੀ ਰਿਫਿਊਜ਼ ਹੋ ਚੁੱਕਿਆ ਸੀ, ਪ੍ਰਾਈਵੇਟ ਕਾਲਜ 'ਚ, ਪੈਕੇਜ ਸਿਸਟਮ 'ਚ, ਔਰ ਬਹੁਤ ਦਿਲ ਟੁੱਟਿਆ ਹੋਇਆ ਸੀ ਬੱਚੇ ਨੇ। ਪਰ ਬੱਚੇ ਨੇ ਹਾਰ ਨਹੀਂ ਮੰਨੀ, ਉਹਦੇ ਹਸਬੈਂਡ ਨੇ ਹਾਰ ਨਹੀਂ ਮੰਨੀ, ਤਾਂ ਉਹਨਾਂ ਦਾ ਅੱਜ ਵੀਜ਼ਾ ਲੱਗ ਕੇ ਆ ਗਿਆ। ਸੋ ਸਟੂਡੈਂਟ, ਲੈਂਡਮਾਰਕ ਇਮੀਗ੍ਰੇਸ਼ਨ ਕੋ ਡੇਲੀ ਬੇਸਿਸ 'ਤੇ ਇੱਦਾਂ ਦੇ ਡਿਫਿਕਲਟ ਕੇਸਿਸ ਆਉਂਦੇ ਹੈ, ਐਕਸਪੀਰੀਅੰਸ ਵਾਲੇ ਕੇਸਿਸ ਆਉਂਦੇ ਹੈ, ਬਹੁਤ ਕੌਮਪਲੀਕੇਟਿਡ ਕੇਸਿਸ ਆਉਂਦੇ हैं और ਜਿਨ੍ਹਾਂ ਦੇ ਵੀਜ਼ਾਸ ਅਸੀਂ ਲਗਵਾ ਕੇ ਦਿੱਤੇ हैं। ਦਾਵਾ ਹੀ ਨਹੀਂ, 100% ਕਮਿਟਮੈਂਟ ਹੈ ਤੁਹਾਡੀ ਸਾਡੇ ਨਾਲ ਕਿ ਅਸੀਂ ਤੁਹਾਡੇ ਕੇਸ 'ਤੇ ਵਰਕ ਕਰਦੇ ਹਾਂ ਔਰ ਫਿਰ ਵੀਜ਼ਾ ਲੱਗ ਕੇ ਆਉਂਦਾ। ਸੋ ਡੈਫੀਨੇਟਲੀ ਇੱਦਾਂ ਦੇ ਕੇਸਿਸ 'ਤੇ ਅਸੀਂ ਕੰਮ ਕਰਦੇ ਹਾਂ। ਸੋ ਜੇ ਤੁਹਾਨੂੰ ਕੋਈ ਰਿਫਿਊਜ਼ਲ ਆਈ ਹੈ, ਤੁਸੀਂ ਪਰਟੀਕੂਲਰਲੀ ਡਿਸਕਸ ਕਰਨਾ ਚਾਹੁੰਦੇ ਹੋ, ਤੁਸੀਂ ਮੇਰੇ ਨਾਲ ਆ ਕੇ ਮਿਲ ਸਕਦੇ ਹੋ ਐਂਡ ਪ੍ਰੋਪਰ ਗਾਈਡੈਂਸ ਲੈ ਸਕਦੇ ਹੋ। ਸੋ ਬਿਲਕੁਲ ਜੀ, 7 ਰਿਫਿਊਜ਼ਲ ਵਾਕਈ ਸੋ ਬਹੁਤ ਵੱਡੀ ਗੱਲ ਹੈਗੀ ਆ, ਕਿਉਂਕਿ ਜਦੋਂ 1-2 ਰਿਫਿਊਜ਼ਲਸ ਵੀ ਆ ਜਾਂਦੀਆਂ ਨੇ ਉਸ ਤੋਂ ਬਾਅਦ ਲੱਗਦਾ ਕਿ ਨਹੀਂ ਹੁਣ ਸਾਡਾ ਵੀਜ਼ਾ ਆ ਹੀ ਨਹੀਂ ਸਕਦਾ ਹੈਗਾ। ਸੋ ਇਹ ਵੀ ਇੱਕ ਉਹੀ ਚੀਜ਼ ਹੈ ਕਿ ਅਸੀਂ ਐਕਸਪਰਟ ਕਿੰਨੇ ਹੈਗੇ ਆ। ਸੋ ਤਾਂ ਹੀ ਲੈਂਡਮਾਰਕ ਇਮੀਗ੍ਰੇਸ਼ਨ 5-5 6-6 ਹੁਣ 7 ਰਿਫਿਊਜ਼ਲ ਗੈਪ ਦੇ ਨਾਲ ਵੀ ਬਹੁਤ ਵੀਜ਼ਾਸ ਆਏ ਨੇ। ਸੋ ਜੇ ਤੁਸੀਂ ਰਿਫਿਊਜ਼ਡ ਹੋ ਚੁੱਕੇ ਹੋ, ਘਬਰਾਉਣ ਦੀ ਜ਼ਰੂਰਤ ਨਹੀਂ। ਜਾਂ ਤੁਹਾਨੂੰ ਕੋਈ ਸੁਜੈਸਟ ਕਰ ਰਿਹਾ ਜੀ ਤੁਸੀਂ ਇੱਧਰ ਕੈਨੇਡਾ ਤੋਂ ਹੁਣ 2 ਵਾਰ 3 ਵਾਰ 4 ਵਾਰ 5 ਵਾਰ ਰਿਫਿਊਜ਼ ਹੋ ਗਏ ਹੋ, ਹੁਣ ਤੁਸੀਂ ਕੈਨੇਡਾ ਨਹੀਂ ਜਾ ਸਕਦੇ, ਹੁਣ ਤੁਸੀਂ ਜਾਓ ਸਿੰਗਾਪੁਰ ਚਲੇ ਜਾਓ, ਦੁਬਈ ਚਲੇ ਜਾਓ ਜਾਂ ਫਿਰ ਸ਼ੈਨੀਗਨ ਚਲੇ ਜਾਓ, ਬਿਲਕੁਲ ਜੀ ਤੁਸੀਂ ਉਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ। ਲੈਂਡਮਾਰਕ ਇਮੀਗ੍ਰੇਸ਼ਨ ਜ਼ਰੂਰ ਤੁਹਾਨੂੰ ਕੈਨੇਡਾ ਭੇਜੇਗਾ, ਚਾਹੇ ਜਿੰਨੀਆਂ ਮਰਜ਼ੀ ਤੁਹਾਡੀਆਂ ਰਿਫਿਊਜ਼ਲਸ ਜਿਹੜੀਆਂ ਉਹ ਆਈਆਂ ਹੋਣ। ਸੋ ਬਾਕੀ ਗੱਲ ਜੈਨੂਅਨ, ਕਿਉਂਕਿ ਜਿਵੇਂ ਕਿ ਮੈਂ ਸਟਾਰਟ ਦੇ ਵਿੱਚ ਕਿਹਾ ਸੀਗਾ ਕਿ ਪ੍ਰੋਫਾਈਲ ਮੰਨ ਲਓ ਤੁਹਾਡੇ 4-5 ਬੈਂਡ ਦੇ ਨਾਲ ਵੀ ਦਾਅਵਾ ਕੀਤਾ ਜਾਏਗਾ, ਅਸੀਂ ਤੁਹਾਨੂੰ ਭੇਜ ਦਾਂਗੇ, ਤੁਹਾਡੇ ਮਨਪਸੰਦ ਕਾਲਜ ਦੇ ਵਿੱਚ ਭੇਜ ਦਾਂਗੇ। ਕੀ ਹੋਏਗਾ, ਸਟਾਰਟਿੰਗ ਦੇ ਵਿੱਚ 2-3 ਲੱਖ ਰੁਪਏ ਤੁਹਾਡੇ ਤੋਂ ਇਕੱਠਾ ਕਰ ਲਿਆ ਜਾਏਗਾ, ਉਸ ਤੋਂ ਬਾਅਦ ਤੁਸੀਂ ਬਾਹਰ ਜਾਂਦੇ ਹੋ ਨਹੀਂ ਜਾਂਦੇ ਹੋ, ਉਹ ਕਿਸੇ ਨੂੰ ਕੋਈ ਮਤਲਬ ਨਹੀਂ ਹੁੰਦਾ। ਸੋ ਇਸੇ ਕਰਕੇ ਜੈਨੂਅਨ ਕੰਸਲਟੈਂਟ ਹੀ ਚੂਜ਼ ਕਰੋ। ਸੋ ਸਰ ਨੇ ਦੱਸ ਦਿੱਤੀ ਹੈ ਡੈਫੀਨੇਸ਼ਨ ਇੱਕ ਜੈਨੂਅਨ ਕੰਸਲਟੈਂਟ ਦੀ ਕੀ ਹੁੰਦੀ ਹੈ। ਸੋ ਇੱਕ ਹੋਰ ਵੀ ਚੀਜ਼ ਹੈ, ਜਿਵੇਂ ਸਰ ਤੁਸੀਂ ਹਮੇਸ਼ਾ ਸੈਮੀਨਾਰਸ ਕਰਵਾਏ ਨੇ, ਖੁਦ ਕੈਨੇਡਾ ਜਾਂ ਫਿਰ ਅਲੱਗ-ਅਲੱਗ ਕੰਟਰੀਜ਼ ਤੋਂ ਹਮੇਸ਼ਾ ਡੈਲੀਗੇਟਸ ਆਏ ਨੇ ਔਰ ਸਟੂਡੈਂਟ ਖੁਦ ਉਹਨਾਂ ਨੂੰ ਡਾਇਰੈਕਟ ਰਮਨ, ਮੈਂ ਦੱਸਣਾ ਚਾਹਾਂਗਾ ਕਿ ਮੈਂ ਹਰ ਸਾਲ ਕੈਨੇਡਾ 2 ਵਿਜ਼ਿਟਸ ਰਹਿੰਦੀਆਂ ਮੇਰੀਆਂ। USA ਮੇਰੀ ਵਿਜ਼ਿਟ ਰਹਿੰਦੀ ਹੈ, ਜਰਮਨੀ ਮੇਰੀ ਵਿਜ਼ਿਟ ਰਹਿੰਦੀ ਹੈ। ਇਸ ਸਾਲ ਮੈਂ ਆਸਟ੍ਰੇਲੀਆ ਵੀ ਜਾਣਾ ਚਾਹੁੰਦਾ ਸੀ, ਬਟ ਡਿਊ ਟੂ ਜਿਵੇਂ ਸਕੈਡਿਊਲ ਬਹੁਤ ਹੀ ਟਾਈਟ ਰਹਿੰਦਾ ਕਿਉਂਕਿ ਮੇਰੇ ਸੈਮੀਨਾਰਸ ਆ ਗਏ। ਸੋ ਇੱਕ ਕਾਨਫਰੰਸ ਸੀ ਆਸਟ੍ਰੇਲੀਆ 'ਚ ਜੋ ਮੈਨੂੰ ਮਿਸ ਕਰਨਾ ਪਿਆ। ਸੋ ਸਟੂਡੈਂਟਸ, ਇਹ ਸਾਰੇ ਕੰਟਰੀਜ਼ 'ਚ ਮੈਂ ਖੁਦ ਵਿਜ਼ਿਟ ਕਰਦਾ, ਮੈਂ ਕਾਲਜਿਸ ਦਾ ਇਨਫਰਾਸਟਰਕਚਰ ਦੇਖਦਾ,
ਔਰ ਫਿਰ ਮੈਂ ਉਹਨਾਂ ਕਾਲਜਿਸ 'ਚ ਜਿੱਥੇ ਭੇਜਦਾ ਤਾਂ ਮੈਂ ਸ਼ੋਰ ਹੁੰਦਾ ਕਿ ਬੱਚੇ ਦੇ ਜਿਹੜੇ ਪੈਸੇ ਆ ਉਹ ਸੇਫ ਹੋਣ। ਇੱਦਾਂ ਨਹੀਂ ਹੈਗਾ ਕਿ ਕਿਸੇ ਵੀ ਕਾਲਜਿਸ 'ਚ ਅਸੀਂ ਤੁਹਾਨੂੰ ਭੇਜ ਦਾਂਗੇ। ਔਰ ਇੱਕ ਚੀਜ਼ ਦੀ ਹੋਰ ਦਾਅਵਾ ਅਸੀਂ ਕਰਦੇ ਹਾਂ ਕਿ ਅਸੀਂ ਗਵਰਨਮੈਂਟ ਕਾਲਜਿਸ ਦੇ ਕੰਟਰੈਕਟਰਸ ਹਾਂ, ਅਸੀਂ ਗਵਰਨਮੈਂਟ ਕਾਲਜਿਸ ਦੇ ਏਜੰਟ ਹਾਂ। ਸੋ ਸਾਨੂੰ ਇੰਨੇ ਸਾਰੇ ਰੂਲਸ ਪਾਬੰਦੀਆਂ ਸਾਡੇ 'ਤੇ ਹੁੰਦੀਆਂ ਜਿਹੜੀਆਂ ਸਾਨੂੰ ਫੋਲੋ ਕਰਨੀਆਂ ਪੈਂਦੀਆਂ। ਸੋ ਗਵਰਨਮੈਂਟ ਕਾਲਜਿਸ ਦੇ ਵਾਈਸ ਪ੍ਰੈਜ਼ੀਡੈਂਟ ਵੀ ਅਸੀਂ ਇੱਥੇ ਮਿਲਦੇ ਹਾਂ ਔਰ ਉਹਨਾਂ ਦੇ ਕੀ ਕਹਿੰਦੇ ਉਹਨਾਂ ਦੇ ਸਾਡੇ ਆਫਿਸ ਤੱਕ ਵਿਜ਼ਿਟ ਕਰਦੇ ਹਾਂ, ਪ੍ਰੈਜ਼ੀਡੈਂਟ ਐਂਡ ਵਾਈਸ ਪ੍ਰੈਜ਼ੀਡੈਂਟ। ਔਰ ਮੈਂ ਵੀ ਹੁਣ ਜਿਵੇਂ ਮੈਂ ਕੈਨੇਡਾ ਜਾ ਰਿਹਾ ਨੈਕਸਟ ਮੰਥ, ਕਿਉਂਕਿ ਉੱਥੇ ਸਾਡੇ ਕਾਨਫਰੰਸਿਸ ਹੈ, ਫੈਮਿਲੀਏਸ਼ਨ ਟੂਰਸ ਹੁੰਦੇ ਆ ਕਾਲਜਿਸ ਦੇ, ਫਿਰ ਕੁਛ ਪ੍ਰੈਜ਼ੀਡੈਂਟ ਕਾਲਜਿਸ ਦੇ ਵਾਈਸ ਪ੍ਰੈਜ਼ੀਡੈਂਟਸ ਦੇ ਨਾਲ ਮੇਰੀ ਮੀਟਿੰਗਸ ਹੁੰਦੀਆਂ ਤਾਂ ਕਿ ਅਸੀਂ ਫਿਊਚਰ 'ਚ ਕਿੱਦਾਂ ਦੇ ਕੋਰਸਿਸ ਲਿਆ ਸਕਦੇ ਹਾਂ। ਜਿਵੇਂ ਹੁਣ ਇੱਕ ਸੇਂਟ ਕਲੇਅਰ ਕਾਲਜ ਨੇ ਨਵਾਂ ਕੋਰਸ ਲਾਂਚ ਕੀਤਾ ਜਿਹਦਾ ਨਾਮ ਹੈਗਾ ਇਲੈਕਟ੍ਰੀਕਲ ਵਹੀਕਲ ਟੈਕਨੀਸ਼ੀਅਨ। ਤੁਹਾਨੂੰ ਪਤਾ ਹੈ ਕਿ ਆਉਣ ਵਾਲਾ ਸਮਾਂ ਸਾਰਾ ਹੀ ਈਵੀ ਦਾ, ਇਲੈਕਟ੍ਰੀਕਲ ਵਹੀਕਲਸ ਦਾ ਹੈਗਾ। ਹਾਲੇ ਤੱਕ ਤਾਂ ਆਪਾਂ ਮੋਟਿਵ ਪਾਵਰ ਟੈਕਨੀਸ਼ੀਅਨ ਕਰ ਰਹੇ ਸੀ, ਹੁਣ ਇਹ ਨਵਾਂ ਕੋਰਸ ਜਿਹੜਾ ਆਇਆ ਇਲੈਕਟ੍ਰੀਕਲ ਵਹੀਕਲ ਟੈਕਨੀਸ਼ੀਅਨ ਦਾ ਜਿਹੜਾ ਕੋਰਸ ਆਇਆ, ਦੈਟ ਇਜ਼ ਰੀਅਲੀ ਅ ਗੁੱਡ ਕੋਰਸ, ਕਿਉਂਕਿ ਆਉਣ ਵਾਲਾ ਸਮਾਂ ਸਾਰਾ ਹੀ ਇਲੈਕਟ੍ਰੀਕਲ ਵਹੀਕਲ ਦਾ। ਇਹਦੇ ਵਿੱਚ +2 ਨਾਨ ਮੈਡੀਕਲ, ਬੀਟੈਕ ਮਕੈਨੀਕਲ, ਬੀਟੈਕ ਆਟੋਮੋਬਾਈਲ ਵਾਲੇ ਬੱਚੇ ਜਾਂ ਬੀਟੈਕ ਜਿਨ੍ਹਾਂ ਨੇ ਕੀ ਕਹਿੰਦੇ ਆ ਇਲੈਕਟ੍ਰੀਕਲ 'ਚ ਵੀ ਕੀਤੀ ਹੈ, ਉਹ ਬੱਚੇ ਪੜ੍ਹਨ ਜਾ ਸਕਦੇ ਆ, ਜਿਹਦਾ ਆਊਟਕਮ ਜਿਹੜੀ ਸਟਾਰਟਿੰਗ ਸੈਲਰੀ ਕਾਲਜ ਵਾਲੇ ਐਕਸਪੈਕਟ ਕਰ ਰਹੇ ਦੈਟ ਵਿਲ ਬੀ $70,000। ਸੋ ਸਟੂਡੈਂਟਸ ਇੱਦਾਂ ਦੇ ਕੋਰਸਿਸ ਜਦੋਂ ਕਾਲਜਿਸ ਡਿਵੈਲਪ ਕਰਦੇ ਆ ਤਾਂ ਮੈਨੂੰ ਬੜਾ ਸ਼ੌਂਕ ਹੁੰਦਾ ਕਿ ਇੱਦਾਂ ਦੇ ਕੋਰਸਿਸ ਮੈਂ ਆਪਣੇ ਬੱਚਿਆਂ ਨੂੰ ਦੱਸਾਂ। ਸੋ ਕੁਛ ਇੱਦਾਂ ਦੇ ਪ੍ਰੋਵਿੰਸਿਸ ਹੈਗੇ ਆ ਜਿੱਥੇ ਬੱਚਿਆਂ ਦੀ ਜਲਦੀ ਜਾ ਕੇ PR ਹੋ ਸਕਦੀ ਹੈ, ਜਿਵੇਂ ਸਸਕੈਚੁਅਨ ਪ੍ਰੋਵਿੰਸ ਹੈਗਾ ਜਿਹਦੇ 'ਤੇ ਬਹੁਤ ਜਲਦੀ PR ਹੋ ਸਕਦੀ ਹੈ। ਅਟਲਾਂਟਿਕ ਪ੍ਰੋਵਿੰਸ ਹੈਗਾ ਜਿੱਥੇ ਬਹੁਤ ਜਲਦੀ PR ਹੋ ਸਕਦੀ ਹੈ। ਸਸਕੈਚੁਅਨ 'ਚ ਕਾਲਜ ਹੈ ਸਸਕੈਚੁਅਨ ਪੋਲੀਟੈਕਨਿਕ, ਯੂਨੀਵਰਸਿਟੀ ਆਫ ਰਜਾਈਨਾ, ਜਿਹੜੇ ਅਸੀਂ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਹਾਂ। ਨਿਊ ਬਰੂਨਜ਼ਵਿਕ ਕਮਿਊਨਿਟੀ ਕਾਲਜ ਹੈਗਾ ਨਿਊ ਬਰੂਨਜ਼ਵਿਕ ਪ੍ਰੋਵਿੰਸ ਜਿਹੜਾ AIPP ਦੇ ਅੰਡਰ ਆਉਂਦਾ, ਅਸੀਂ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਹਾਂ। ਕੇਪ ਬ੍ਰਿਟਨ ਯੂਨੀਵਰਸਿਟੀ ਅਸੀਂ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਹਾਂ। ਇਸ ਤੋਂ ਇਲਾਵਾ ਅਲਬਰਟਾ ਦੇ ਜਿੰਨੇ ਵੀ ਕਾਲਜਿਸ ਹੈਗੇ ਆ, ਬਾਓ ਵੈਲੀ ਕਾਲਜ, ਨਾਰਥਵੈਸਟ ਕਾਲਜ, ਲੈਥਬ੍ਰਿਜ ਕਾਲਜ, ਕਿਆਨੋ ਕਾਲਜ ਜਿਹੜਾ ਕਿ ਬਹੁਤ ਹੀ ਅਫੋਰਡੇਬਲ ਕਾਲਜ ਹੈਗਾ ਅਲਬਰਟਾ ਦਾ, ਅਸੀਂ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਹਾਂ ਇਹ ਸਾਰੇ ਹੀ ਕਾਲਜਿਸ। ਮੈਡੀਸਨ ਹੈਟ ਕਾਲਜ, ਸੋ ਮੈਨੀਟੋਬਾ 'ਚ ਕਾਲਜ ਹੈਗਾ ਪ੍ਰੋਵੀਡੈਂਸ ਯੂਨੀਵਰਸਿਟੀ, ਮੈਨੀਟੋਬਾ ਇੰਸਟੀਚਿਊਟ ਆਫ ਟ੍ਰੇਡਸ ਐਂਡ ਟੈਕਨੋਲੋਜੀ। So students, we directly represent so many colleges in these provinces ਕਿ ਤੁਸੀਂ ਜਿਹੜੇ ਪ੍ਰੋਵਿੰਸ 'ਚ ਜਾਣਾ ਚਾਹੁੰਦੇ ਹੋ we can guide you to go there। ਸੋ ਇਹ ਚੀਜ਼ਾਂ ਦੀ ਅਸੈਸਮੈਂਟ ਕਰਨੀ, ਇਹ ਚੀਜ਼ਾਂ ਦੇ ਕੀ ਕਹਿੰਦੇ ਆ ਡਾਇਰੈਕਟ ਟਾਈਅਪਸ ਕਰਨੇ, ਸੋ ਰੈਗੂਲਰ ਬੇਸਿਸ 'ਤੇ ਹਰ ਸਾਲ ਵਿਜ਼ਿਟ ਕਰਨੀ ਆ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਸਟੂਡੈਂਟਸ ਇਹ ਚੀਜ਼ਾਂ ਸਾਰੀਆਂ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿਨ੍ਹਾਂ ਤੋਂ ਸਾਨੂੰ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਡਾ ਜਿਹੜਾ ਕੰਸਲਟੈਂਟ ਹੈ ਉਹਨੂੰ ਕਿੰਨੀ ਕੁ ਇਨਫੋਰਮੇਸ਼ਨ ਹੈਗੀ ਹੈ। ਸੋ ਫਿਊਚਰ 'ਚ ਜਿਹੜੇ ਵੀ ਬੱਚੇ ਸਾਡੇ ਕੋਲ ਜਾਣਾ ਚਾਹੁੰਦੇ, ਜਿਵੇਂ ਕੈਨੇਡਾ ਜਾਣਾ ਚਾਹੁੰਦੇ ਆ, ਆਸਟ੍ਰੇਲੀਆ ਜਾਣਾ ਚਾਹੁੰਦੇ ਆ, USA ਜਾਣਾ ਚਾਹੁੰਦੇ ਆ, UK ਜਾਣਾ ਚਾਹੁੰਦੇ ਆ, ਸਾਡੇ ਸੈਮੀਨਾਰ ਹੋਣ ਜਾ ਰਹੇ ਆ ਜਿੱਥੋਂ 35 ਕਾਲਜਿਸ ਦੇ ਨੁਮਾਇੰਦੇ ਭਾਗ ਲੈਣਗੇ ਉਹਨਾਂ ਸੈਮੀਨਾਰ ਦੇ ਵਿੱਚ। ਉਹਨਾਂ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ, ਸਕਾਲਰਸ਼ਿਪਸ ਬਾਰੇ ਡਿਸਕਸ਼ਨ ਕਰ ਸਕਦੇ ਹੋ। ਅਸੀਂ ਸਕਾਲਰਸ਼ਿਪਸ ਦੀ ਹਮੇਸ਼ਾ ਹੀ ਗੱਲ ਕੀਤੀ ਹੈ, ਯੂਨੀਵਰਸਿਟੀਜ਼ ਦੇ ਨਾਲ ਮੇਰੀ ਕਾਲਜਿਸ ਦੇ ਨਾਲ ਹਮੇਸ਼ਾ ਫਾਈਟ ਰਹਿੰਦੀ ਹੈ ਕਿ ਜਿਹੜੇ ਇੰਟੈਲੀਜੈਂਟ ਬੱਚੇ ਹੈਗੇ 90% ਤੋਂ ਉੱਤੇ ਵਾਲੇ ਬੱਚੇ ਹੈਗੇ ਆ ਉਹਨਾਂ ਨੂੰ ਸਕਾਲਰਸ਼ਿਪ ਦਿੱਤੀ ਜਾਵੇ, ਉਹਨਾਂ ਦੇ ਫਾਇਦੇ ਬਾਰੇ ਗੱਲ ਕੀਤੀ ਜਾਵੇ ਤਾਂ ਕਿ ਸਾਡੇ ਕੋਲ ਇੱਕ ਕੁਆਲਿਟੀ ਬੱਚਾ ਆਏ, ਉਸ ਕਾਲਜ ਦਾ ਵੀ ਨਾਮ ਰੌਸ਼ਨ ਹੋਏਗਾ, ਸਾਡੇ ਦੇਸ਼ ਦਾ ਵੀ ਨਾਮ ਰੌਸ਼ਨ ਹੋਏਗਾ, ਪੇਰੈਂਟਸ ਦਾ ਵੀ ਨਾਮ ਰੌਸ਼ਨ ਹੋਏਗਾ। ਸੋ ਸਕਾਲਰਸ਼ਿਪ ਬਾਰੇ ਡਿਸਕਸ਼ਨ ਕਰਾਂਗੇ ਸੈਮੀਨਾਰ ਵਿੱਚ। ਤੁਸੀਂ ਕੀ ਕਹਿੰਦੇ ਆ ਕਾਲਜ ਰਿਪਰੈਜ਼ੈਂਟੇਟਿਵ ਨੂੰ ਮਿਲ ਕੇ ਜਾਣ ਪਾਓਗੇ ਕਿ ਸਹੀ ਗਾਈਡੈਂਸ ਕੀ ਹੁੰਦੀ ਹੈ, ਤੁਸੀਂ ਉਸ ਕੋਰਸ ਲਈ ਉਸ ਕਾਲਜ ਲਈ ਐਲੀਜੀਬਲ ਹੈਗੇ ਹੋ ਕਿ ਨਹੀਂ ਹੈਗੇ ਹੋ, ਕਿੰਨੀ ਫੀਸ ਹੈ, ਕਿੰਨਾ ਬਜਟ ਚਾਹੀਦਾ, ਕੀ ਪ੍ਰੋਸੈਸ ਹੈ, ਕਿੰਨੇ ਦਿਨਾਂ 'ਚ ਆਫਰ ਲੈਟਰ ਆਏਗੀ, ਇਹ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਤੁਹਾਨੂੰ ਮਿਲੇਗੀ ਸਾਡੇ ਸੈਮੀਨਾਰਸ 'ਚ। ਸੋ ਸਾਡੇ ਸੈਮੀਨਾਰ 'ਚ ਜਦੋਂ ਤੁਸੀਂ ਵਿਜ਼ਿਟ ਕਰਨਾ ਹੈ ਆਪਣੇ ਪੇਰੈਂਟਸ ਦੇ ਨਾਲ ਆਓ, ਆਪਣੇ ਓਰੀਜਨਲ ਡਾਕੂਮੈਂਟਸ ਲਾ ਕੇ ਆਓ ਤਾਂ ਕਿ ਤੁਹਾਨੂੰ ਸਹੀ ਗਾਈਡੈਂਸ ਮਿਲ ਸਕੇ। ਸੈਮੀਨਾਰ ਜਿਹੜੇ ਹੋਣ ਵਾਲੇ ਹੈ ਉਹ 21 ਅਪ੍ਰੈਲ ਕਰਨਾਲ ਹੋਟਲ ਜੂਲ 'ਚ, 24 ਅਪ੍ਰੈਲ JW ਮੈਰੀਅਟ ਚੰਡੀਗੜ੍ਹ ਵਿੱਚ, 25 ਅਪ੍ਰੈਲ ਲੁਧਿਆਣਾ ਹੋਟਲ ਗਰੇਵਾਲਸ 'ਚ, 26 ਅਪ੍ਰੈਲ ਜਲੰਧਰ ਹੋਟਲ ਕਿੰਗਸ 'ਚ, 27 ਅਪ੍ਰੈਲ ਅੰਮ੍ਰਿਤਸਰ HK ਕਲਾਕਸਿਨ 'ਚ, 29 ਅਪ੍ਰੈਲ ਬਠਿੰਡਾ ਹੋਟਲ ਸਟੈਲਾ 'ਚ, ਔਰ 30 ਅਪ੍ਰੈਲ ਪਟਿਆਲਾ ਹੋਟਲ ਮੋਹਨ ਕੰਟੀਨੈਂਟਲ 'ਚ। ਸੈਮੀਨਾਰ ਦਾ ਹਿੱਸਾ ਬਣੋ, ਮੈਨੂੰ ਮਿਲਣਾ ਚਾਹੁੰਦੇ ਹੋ, ਗਾਈਡੈਂਸ ਲਓ ਤਾਂ ਕਿ ਸਾਰੀ ਕਲੈਰਿਟੀ ਹੋ ਸਕੇ। ਬਿਲਕੁਲ ਜੀ, ਇਹ ਸੈਮੀਨਾਰਸ ਜਿਹੜੇ ਨੇ ਉਹ ਤੁਹਾਡੇ ਲਈ ਕਰਵਾਏ ਜਾਂਦੇ ਨੇ। ਤੁਹਾਨੂੰ ਜਿੱਥੇ ਉੱਥੋਂ ਦੀਆਂ ਕਾਲਜ ਯੂਨੀਵਰਸਿਟੀਜ਼ ਦੇ ਜਿਹੜੇ ਨੁਮਾਇੰਦਿਆਂ ਨੂੰ ਮਿਲਣ ਦਾ ਮੌਕਾ ਮਿਲ ਜਾਂਦਾ, ਉੱਥੇ ਹੀ ਮੌਕੇ 'ਤੇ ਬਹੁਤ ਸਾਰੇ ਸਵਾਲ ਜਿਹੜੇ ਵੀ ਤੁਹਾਡੇ ਮਨ ਦੇ ਵਿੱਚ ਹੁੰਦੇ ਨੇ ਤੁਸੀਂ ਡਾਇਰੈਕਟਲੀ ਪੁੱਛ ਸਕਦੇ ਹੈਗੇ ਹੋ। ਸਰ ਮੌਕੇ ਸਿਰ ਸੈਮੀਨਾਰਸ ਦੇ ਵਿੱਚ ਜੇ ਕੋਈ ਅਸੈਸਮੈਂਟ ਕਰਾਉਣਾ ਚਾਹਵੇ ਤਾਂ ਪੋਸੀਬਿਲਿਟੀ ਹੈ? ਸੋ ਕਾਲਜਿਸ ਕਿਆਨੋ ਕਾਲਜ ਦੇ ਡਾਇਰੈਕਟਰ ਪਾਰਟਿਸਿਪੇਟ ਕਰ ਰਹੇ ਮਿਸ ਰੈਬਿਕਾ,
ਜਿਹੜੇ ਕਿ ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਆਫਰ ਲੈਟਰ ਵੀ ਦੇਵਾਂਗੇ ਔਨ ਦ ਸਪੌਟ, ਬਟ ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਅਸੈਸਮੈਂਟ ਹੀ ਕਰੀਏ। ਕੁਝ ਬੱਚੇ ਔਨ ਦ ਸਪੌਟ ਆਫਰ ਲੈਟਰ ਲਈ ਐਲੀਜੀਬਲ ਨਹੀਂ ਹੋਣਗੇ, ਪਰ ਕੋਸ਼ਿਸ਼ ਸਾਡੀ ਰਹੇਗੀ ਅਸੈਸਮੈਂਟ ਹੀ ਨਹੀਂ, ਆਫਰ ਲੈਟਰ ਵੀ ਦਿੱਤੀ ਜਾ ਸਕੇ। ਜਰਮਨੀ ਤੋਂ ਯੂਨੀਵਰਸਿਟੀ ਆਫ ਯੂਰਪ ਦਾ ਵੀ ਇਹੀ ਦਾਅਵਾ ਹੈ ਕਿ ਅਸੀਂ ਵੀ ਔਨ ਦ ਸਪੌਟ ਆਫਰ ਲੈਟਰ ਦੇਵਾਂਗੇ। ਗਿਜ਼ਮਾ ਤੋਂ ਕੀ ਕਹਿੰਦੇ ਜਰਮਨੀ ਤੋਂ ਗਿਜ਼ਮਾ ਇੰਸਟੀਚਿਊਟ ਹੈ, ਉਹਨਾਂ ਦਾ ਵੀ ਇਹੀ ਦਾਅਵਾ ਹੈ ਕਿ ਅਸੀਂ ਔਨ ਦ ਸਪੌਟ ਆਫਰ ਲੈਟਰ ਦੇਵਾਂਗੇ, ਅਸੈਸਮੈਂਟ ਹੀ ਨਵੀਂ। ਸੋ ਸਟੂਡੈਂਟਸ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ। ਤੁਸੀਂ ਜਰਮਨੀ ਜਾਣਾ ਚਾਹੁੰਦੇ ਹੋ, USA ਜਾਣਾ ਚਾਹੁੰਦੇ ਹੋ, ਕੈਨੇਡਾ ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ ਤੋਂ ਫੈਡਰੇਸ਼ਨ ਯੂਨੀਵਰਸਿਟੀ ਔਰ ਵੈਸਟਰਨ ਸਿਡਨੀ ਯੂਨੀਵਰਸਿਟੀ ਤੋਂ ਪਾਰਟਿਸਿਪੇਸ਼ਨ ਰਹੇਗੀ। ਸੋ ਸਾਰੇ ਹੀ ਕੰਟਰੀਜ਼ ਤੋਂ ਅਸੀਂ ਕਲੈਕਟਿਵਲੀ ਇੱਕ ਸੈਮੀਨਾਰ ਕੀਤਾ ਤਾਂ ਕਿ ਬੱਚਿਆਂ ਨੂੰ ਸਹੀ ਇਨਫੋਰਮੇਸ਼ਨ ਮਿਲ ਸਕੇ। ਸੋ ਬਿਲਕੁਲ ਜੀ, ਪ੍ਰੋਪਰ ਸਹੀ ਇਨਫੋਰਮੇਸ਼ਨ ਤੁਹਾਨੂੰ ਜਿਹੜੀ ਇੱਕ ਹੀ ਜਗ੍ਹਾ 'ਤੇ ਮਿਲ ਜਾਏਗੀ। ਸੋ ਜਿੱਥੇ ਜਿੱਥੇ ਵੀ ਸੈਮੀਨਾਰਸ ਨੇ ਨੋਟ ਡਾਊਨ ਤੁਸੀਂ ਕਰ ਲਓ, ਤੁਹਾਡੇ ਘਰ ਦੇ ਕੋਲ ਜ਼ਰੂਰ ਕੋਈ ਨਾ ਕੋਈ ਜਿਹੜਾ ਸੈਮੀਨਾਰ ਤੁਹਾਨੂੰ ਮਿਲ ਜਾਏਗਾ ਨੀਅਰ ਬਾਏ। ਉੱਥੇ ਆਫਿਸਿਸ ਜਿਹੜੇ ਹੈਗੇ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ, ਜੇ ਤੁਸੀਂ ਉੱਥੇ ਵੀ ਪਹੁੰਚਣਾ ਚਾਹੁੰਦੇ ਹੋ ਤਾਂ ਵੀ ਨੀਚੇ ਫਲੈਸ਼ ਹੋ ਰਹੇ ਨੇ ਕਿੱਥੇ ਕਿੱਥੇ ਆਫਿਸ ਹੈਗੇ ਨੇ। ਸੋਸ਼ਲ ਮੀਡੀਆ ਪੇਜਸ ਹੈਗੇ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ, ਚਾਹੇ ਉਹ ਇੰਸਟਾਗ੍ਰਾਮ ਹੈ, ਚਾਹੇ YouTube ਹੈ, ਫੇਸਬੁੱਕ ਹੈ, ਉੱਥੇ ਵੀ ਜ਼ਰੂਰ ਇਹਨਾਂ ਨੂੰ ਫੋਲੋ ਕਰੋ ਕਿਉਂਕਿ ਰੋਜ਼ ਨਵੀਂ ਅਪਡੇਟ ਜਿਹੜੀ ਹੈਗੀ ਉਹ ਤੁਹਾਨੂੰ ਮਿਲਦੀ ਰਹਿੰਦੀ ਹੈ। ਨਾਲ ਦੀ ਨਾਲ ਬਹੁਤ ਸਾਰੇ ਟੈਸਟੀਮੋਨੀਅਲਸ ਵੀ ਸਰ ਤੁਸੀਂ ਉਹਨਾਂ 'ਚ ਪਾਉਂਦੇ ਰਹਿੰਦੇ ਹੋ ਨਾ। ਤੇ ਸਾਡੇ YouTube ਚੈਨਲਸ ਹੈ ਲੈਂਡਮਾਰਕ ਇਮੀਗ੍ਰੇਸ਼ਨ, ਜਸਮੀਤ ਸਿੰਘ ਭਾਟੀਆ, ਵੀਜ਼ਾ ਸਕਸੈਸ ਸਟੋਰੀਜ਼, ਹੋਰ ਵੀ ਬਹੁਤ ਸਾਰੇ, ਜਿੱਥੇ ਬਹੁਤ ਸਾਰੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ, ਬਹੁਤ ਸਾਰੀ ਗਾਈਡੈਂਸ ਤੁਸੀਂ ਲੈ ਸਕਦੇ ਹੋ, ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਜਿਹੜੀਆਂ ਤੁਸੀਂ ਕਦੀ ਸੁਣੀਆਂ ਵੀ ਨਹੀਂ ਹੋਣੀਆਂ, ਉਹਦੇ ਬਾਰੇ ਤੁਹਾਨੂੰ ਗਾਈਡੈਂਸ ਮਿਲੇਗੀ। ਬਿਕੋਜ਼ ਹਰ ਬੱਚੇ ਦਾ ਇੱਕ ਡਿਫਰੈਂਟ ਪਰਪਸ ਹੈ ਬਾਹਰ ਜਾਣ ਦਾ। ਕੋਈ ਜਲਦੀ PR ਚਾਹੁੰਦਾ ਹੈ ਤਾਂ ਕੋਈ ਸੌਖਾ ਕੋਰਸ ਚਾਹੁੰਦਾ, ਕੋਈ ਚਾਹੁੰਦਾ ਕਿ ਮੈਂ ਫੁੱਲ ਟਾਈਮ ਪੜ੍ਹਾਈ ਕਰਕੇ ਕੋਈ ਸਕੋਲਰਸ਼ਿਪ ਲਵਾਂ, ਤਾਂ ਕੋਈ ਚਾਹੁੰਦਾ ਕਿ ਮੈਂ ਡਾਕਟਰੀ ਕੀਤੀ ਹੋਈ ਆ ਉੱਥੇ ਹੈਲਥ ਕੇਅਰ 'ਚ ਜਾਵਾਂ। ਸੋ ਹਰ ਕਿਸੇ ਦਾ ਇੱਕ ਡਿਫਰੈਂਟ ਪਰਪਸ ਹੈ, ਹਰ ਕੇਸ ਸਾਡੇ ਲਈ ਇੱਕ ਡਿਫਰੈਂਟ ਕੇਸ ਹੈਗਾ, ਹਰ ਕਿਸੇ ਦੀ ਇੱਕ ਡਿਫਰੈਂਟ ਪ੍ਰੋਫਾਈਲ ਹੈ। ਸੋ ਡੂ ਨਾਟ ਕੰਪੇਅਰ। ਜਦੋਂ ਰਿਫਿਊਜ਼ਲ ਆਉਂਦੀ ਹੈ ਨਾ, ਉਹ ਤਾਂ ਆਉਂਦੀ ਹੈ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ ਕਿ ਯਾਰ ਮੇਰੇ ਦੋਸਤ ਨੇ ਫਲਾਣੇ ਕੰਸਲਟੈਂਟ ਤੋਂ ਅਪਲਾਈ ਕੀਤਾ, ਮੈਂ ਵੀ ਕਰਦਾ, ਔਰ ਉਹਨੇ ਇਹ ਵਾਲੇ ਕੋਰਸ 'ਚ ਅਪਲਾਈ ਕੀਤਾ ਤੇ ਮੈਂ ਵੀ ਅਪਲਾਈ ਕਰਦਾ। ਸੋ ਉਸ ਕੇਸ 'ਚ ਦੋਸਤ ਦਾ ਵੀਜ਼ਾ ਆ ਜਾਂਦਾ ਔਰ ਤੁਹਾਨੂੰ ਰਿਫਿਊਜ਼ਲ ਆ ਜਾਂਦੀ ਹੈ। ਕਈ ਵਾਰੀ ਤੁਹਾਡਾ ਵੀਜ਼ਾ ਆ ਜਾਂਦਾ, ਤੁਹਾਨੂੰ ਰਿਫਿਊਜ਼ਲ ਆ ਜਾਂਦੀ ਹੈ। ਫਿਰ ਆਪਾਂ ਸਟੱਡੀ ਕਰਦੇ ਹਾਂ ਕਿ ਯਾਰ ਇਹ ਕਾਲਜ ਮੇਰੇ ਲਈ ਸਹੀ ਨਹੀਂ ਸੀ, ਇਹ ਕੋਰਸ ਮੇਰੇ ਲਈ ਸਹੀ ਨਹੀਂ ਸੀ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਤਾਂ ਡਿਸਕਸ ਕਰਨੀਆਂ ਸ਼ੁਰੂ ਕਰਦੇ ਹਾਂ ਜਦੋਂ ਸਾਨੂੰ ਰਿਫਿਊਜ਼ਲ ਆ ਜਾਂਦੀ ਹੈ। ਪਹਿਲਾਂ ਨਹੀਂ ਅਸੀਂ ਡਿਸਕਸ ਕਰਦੇ, ਪਹਿਲਾਂ ਨਹੀਂ ਹੀ ਅਸੀਂ ਸੋਚਦੇ ਕਿ ਪਹਿਲਾਂ ਹੀ ਜੇ ਸਾਰੀਆਂ ਚੀਜ਼ਾਂ ਅਸੀਂ ਚੈੱਕ ਕਰ ਲੈਂਦੇ ਜਾਂ ਪਹਿਲਾਂ ਸਾਰੀਆਂ ਚੀਜ਼ਾਂ 'ਤੇ ਅਸੀਂ ਕੋਸ਼ਿਸ਼ ਕਰ ਲੈਂਦੇ ਕਿ ਸਾਨੂੰ ਨੌਲੇਜ ਹੋ ਜਾਏ ਤਾਂ ਪਹਿਲੀ ਵਾਰੀ ਰਿਫਿਊਜ਼ਲ ਵੀ ਅਵੋਇਡ ਹੋ ਸਕਦੀ ਸੀ। ਸੋ ਬਿਲਕੁਲ ਜੀ, ਬਹੁਤ ਹੀ ਧਿਆਨ ਦੇ ਨਾਲ ਤੁਸੀਂ ਸੋਚ ਸਮਝ ਕੇ ਆਪਣਾ ਵੀਜ਼ਾ ਅਪਲਾਈ ਕਰਨਾ। ਤੁਹਾਨੂੰ ਵੀ ਨੌਲੇਜ ਹੋਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਕਿਸੇ ਕੰਸਲਟੈਂਟ ਕੋਲ ਜਾਂਦੇ ਹੋ, ਤੁਸੀਂ ਵੀ ਆਪਣੇ ਸਵਾਲ ਜਿਹੜੇ ਉਹ ਜ਼ਰੂਰ ਅੱਗੇ ਰੱਖਿਆ ਕਰੋ, ਪੁੱਛਿਆ ਕਰੋ, ਆਪਣੇ ਪੇਰੈਂਟਸ ਨੂੰ ਵੀ ਨਾਲ ਲੈ ਕੇ ਜਾਇਆ ਕਰੋ। ਸੋ ਸਰ, ਹੁਣ ਸੈਮੀਨਾਰਸ ਦੀ ਗੱਲ ਹੋ ਗਈ, ਆਈ ਹੋਪ ਬਹੁਤ ਸਟੂਡੈਂਟ ਪਹੁੰਚਣ ਹੀ ਵਾਲੇ ਨੇ ਕਿਉਂਕਿ ਮੈਨੂੰ ਲੱਗਦਾ ਕਿ ਇੰਨੀ ਵਧੀਆ ਇਨਫੋਰਮੇਸ਼ਨ ਸਟੂਡੈਂਟ ਨੂੰ ਮਿਲਣ ਲੱਗੀ ਹੈ। ਇੱਕ ਹੀ ਜਗ੍ਹਾ 'ਤੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਔਨ ਦੀ ਸਪੌਟ। ਕਈ ਵਾਰੀ ਅਸੀਂ ਆਫਰ ਲੈਟਰ ਲਈ ਬਹੁਤ ਮਹੀਨਾ 2 ਮਹੀਨੇ ਵੇਟ ਕਰਦੇ ਰਹਿੰਦੇ ਹਾਂ। ਔਨ ਦੀ ਸਪੌਟ ਜੇਕਰ ਤੁਸੀਂ ਲੈਣਾ ਚਾਹੋ, ਆਫਰ ਲੈਟਰ ਦੀ ਆਪਸ਼ਨ ਤੁਹਾਨੂੰ ਮਿਲੇਗੀ। ਖੁਦ ਉੱਥੋਂ ਦੇ ਜਿਹੜੇ ਨੁਮਾਇੰਦੇ ਨੇ ਉਹ ਤੁਹਾਨੂੰ ਦੇਣਗੇ। ਸੋ ਇਸ ਤੋਂ ਵੱਡੀ ਚੀਜ਼ ਕੀ ਹੋ ਸਕਦੀ ਹੈ। ਅੱਛਾ ਸਰ, ਜਿਵੇਂ ਅਸੀਂ ਕੈਨੇਡਾ, ਆਸਟ੍ਰੇਲੀਆ ਦੀ ਹਮੇਸ਼ਾ ਗੱਲ ਕਰਦੇ, ਮੈਂ ਅੱਜ ਜਰਮਨੀ ਦੀ ਗੱਲ ਕਰਨਾ ਚਾਹਾਂਗੀ। ਜਰਮਨੀ ਜਿਹੜਾ ਹੁਣ ਇਸ ਟਾਈਮ ਓਪਨ ਹੈਗਾ, ਵੀਜ਼ਾਸ ਆ ਰਹੇ ਨੇ? ਜਰਮਨੀ ਲਈ ਦੇਖੋ, ਬੈਚਲਰ ਵੀ ਐਕਸੈਪਟ ਹੋ ਰਹੇ ਹੈ, ਮਾਸਟਰਸ ਵੀ ਐਕਸੈਪਟ ਹੋ ਰਹੇ ਹੈ। ਪ੍ਰੈਫਰੈਂਸ ਜ਼ਿਆਦਾ ਮਾਸਟਰਸ ਨੂੰ ਦਿੱਤੀ ਜਾ ਰਹੀ ਹੈ। ਆਈਲੈਟਸ ਦੀ ਰਿਕੁਆਇਰਮੈਂਟ 5.5 ਬੈਂਡ ਹੈ। ਪ੍ਰੋਸੈਸ ਬੜਾ ਸਿੰਪਲ ਹੈ। ਪਹਿਲਾਂ ਤੁਹਾਡੇ ਡਾਕੂਮੈਂਟ ਐਮਬੈਸੀ 'ਚ ਜਾਂਦੇ ਆ APS ਲਈ। APS ਦੀ ਫੁੱਲ ਫਾਰਮ ਹੈ ਅਕੈਡਮਿਕ ਅਵੈਲੂਏਸ਼ਨ। ਸੋ ਅਕੈਡਮਿਕ ਅਵੈਲੂਏਸ਼ਨ ਕੀਤੀ ਜਾਂਦੀ ਹੈ ਜਦੋਂ ਤੁਹਾਡੀ ਐਮਬੈਸੀ ਓਕੇ ਕਰਦੀ ਹੈ ਤੁਹਾਡੀ ਅਕੈਡਮਿਕ ਅਵੈਲੂਏਸ਼ਨ ਨੂੰ, ਫਿਰ ਤੁਸੀਂ ਅੱਗੇ ਆਪਣੀ ਆਫਰ ਲੈਟਰ ਤੋਂ ਬਾਅਦ ਫੀਸ ਭਰਨੀ ਹੈ। ਸੋ ਜੇ ਐਮਬੈਸੀ ਓਕੇ ਹੀ ਨਹੀਂ ਕਰਦੀ, ਤੁਹਾਡਾ ਕੋਈ ਨੁਕਸਾਨ ਨਹੀਂ ਹੈਗਾ। ਐਂਡ ਅਕੈਡਮਿਕ ਅਵੈਲੂਏਸ਼ਨ 'ਤੇ ਜਦੋਂ ਓਕੇ ਹੋ ਜਾਂਦੀ ਹੈ ਐਮਬੈਸੀ ਵੱਲੋਂ, ਫਿਰ ਤੁਸੀਂ ਕਾਲਜ ਦੀ ਪੂਰੀ ਫੀਸ ਭਰਨੀ ਹੈ ਔਰ ਫਿਰ ਤੁਸੀਂ ਆਪਣੇ ਕੀ ਕਹਿੰਦੇ ਆ GIC, ਮੈਂ GIC ਕਹਾਂਗਾ ਬਿਕੋਜ਼ ਉਹਨਾਂ ਨੇ ਉੱਥੋਂ ਕਾਪੀ ਕੀਤਾ, ਜਰਮਨੀ ਨੇ ਬਲੌਕਡ ਅਕਾਊਂਟ ਕਹਿੰਦੇ ਆ ਉਹਨੂੰ। ਸੋ ਬਲੌਕਡ ਅਕਾਊਂਟ ਖੁਲਾ ਕੇ ਉਹਦੇ 'ਚ 11,000 ਯੂਰੋ ਟ੍ਰਾਂਸਫਰ ਕਰਨੇ ਆ। ਸੋ ਸਾਲ ਦੀ ਲਿਵਿੰਗ ਕਾਸਟ ਔਰ ਸਾਲ ਦੀ ਫੀਸ ਭਰ ਕੇ ਤੁਸੀਂ ਜਰਮਨੀ ਜਾ ਸਕਦੇ ਹੋ। ਐਂਡ ਜਰਮਨੀ ਜੇ ਅਸੀਂ ਗੱਲ ਕਰੀਏ ਤਾਂ ਬਹੁਤ ਹੀ ਟੌਪ 7 ਕੰਟਰੀਜ਼ 'ਚ ਆਉਂਦਾ ਦੁਨੀਆ ਦੇ, ਗ੍ਰੇਟ 7 ਕੰਟਰੀਜ਼ 'ਚ ਆਉਂਦਾ ਦੁਨੀਆ ਦੇ। ਯੂਰੋ ਚੱਲਦਾ ਔਰ ਮਿਨੀਮਮ ਵੇਜ 11 ਯੂਰੋ ਹੈਗੀ ਹੈ, ਜਿਹੜੀ ਕਿ 900-950 ਰੁਪਇਆ ਇੰਡੀਅਨ ਕਰੰਸੀ 'ਚ ਬਣ ਜਾਂਦੀ ਹੈ। ਔਰ ਬਹੁਤ ਸਾਰੀਆਂ ਜੌਬਸ ਅਵੇਲੇਬਲ ਹੈਗੀਆਂ। ਸੁਣਨ 'ਚ ਆ ਰਿਹਾ ਕਿ 24 ਲੱਖ ਜੌਬਸ ਜਰਮਨੀ 'ਚ ਅਵੇਲੇਬਲ ਹੈਗੀਆਂ। ਸੋ ਮੇਰੇ ਹਿਸਾਬ ਨਾਲ ਸਟੂਡੈਂਟਸ ਆਪਾਂ ਜੇ ਦੇਖੀਏ ਤਾਂ ਜਰਮਨੀ ਵੀ ਇੱਕ ਬਹੁਤ ਅੱਛੀ ਆਪਸ਼ਨ ਹੈ, ਖਾਸ ਕਰਕੇ ਜਿਹੜੇ ਗ੍ਰੈਜੂਏਟ ਹੈ। ਔਰ ਓਵਰਆਲ 5.5 ਬੈਂਡ ਨਾਲ ਅਸੀਂ ਜਰਮਨੀ ਅਪਲਾਈ ਕਰ ਸਕਦੇ ਹਾਂ। ਯੂਨੀਵਰਸਿਟੀ ਆਫ ਯੂਰਪ ਸਾਡੇ ਸੈਮੀਨਾਰਸ 'ਚ ਹਿੱਸਾ ਬਣਨਗੇ। ਤੁਸੀਂ ਜੇ ਜਰਮਨੀ ਜਾਣਾ ਚਾਹੁੰਦੇ ਹੋ ਜਾਂ
ਜਰਮਨੀ 'ਚ ਅੰਡਰ ਗ੍ਰੈਜੂਏਟ ਬੈਚਲਰ ਡਿਗਰੀ ਕਰਨਾ ਚਾਹੁੰਦੇ ਹੋ ਤਾਂ 1.5 ਸਾਲ ਦਾ ਜੌਬ ਸਰਚ ਵੀਜ਼ਾ ਮਿਲਦਾ ਸਾਨੂੰ ਪੜ੍ਹਾਈ ਕਰਨ ਤੋਂ ਬਾਅਦ, ਔਰ ਉਹ ਵੀਜ਼ਾ 2 ਵਾਰੀ ਐਕਸਟੈਂਡੇਬਲ ਹੈਗਾ, ਮਤਲਬ 6 ਮਹੀਨੇ ਲਈ 2 ਵਾਰੀ ਐਕਸਟੈਂਡ ਹੋ ਸਕਦਾ। ਸੋ 2.5 ਸਾਲ ਦਾ ਸਮਾਂ ਸਾਨੂੰ ਮਿਲਦਾ ਜਰਮਨੀ 'ਚ ਜੌਬ ਲੈਣ ਲਈ, ਔਰ ਜਦੋਂ ਜੌਬ ਮਿਲ ਜਾਂਦੀ ਹੈ ਤਾਂ ਸਾਨੂੰ TR ਮਿਲ ਜਾਂਦੀ ਹੈ। ਸੋ ਯੂਰਪ 'ਚ ਟੈਂਪਰੇਰੀ ਰੈਜ਼ੀਡੈਂਸੀ ਲੈਣੀ ਇੰਨੀ ਮੁਸ਼ਕਿਲ ਨਹੀਂ ਹੈਗੀ, ਔਰ ਆਫਟਰ 5 ਇਅਰਸ ਆਫ ਸਟੇ ਸਾਨੂੰ PR ਮਿਲ ਜਾਂਦੀ ਹੈ, ਮਤਲਬ 5 ਇਅਰਸ ਆਫ ਇਨਕਮ ਟੈਕਸ ਰਿਟਰਨ ਸਾਨੂੰ PR ਮਿਲ ਜਾਂਦੀ ਹੈ। ਸੋ ਆਈ ਹੋਪ ਇਟ ਇਜ਼ ਰੀਅਲੀ ਵੈਲਕਮਿੰਗ, ਐਂਡ ਯੂਰਪੀਅਨ ਕੰਟਰੀ ਅੱਜ ਦੀ ਡੇਟ 'ਚ ਬਹੁਤ ਜ਼ਿਆਦਾ ਲੋ ਇੰਪਲੋਏਬਿਲਿਟੀ ਤੋਂ ਚੱਲ ਰਹੇ, ਉਹਨਾਂ ਕੋਲ ਇੰਪਲੋਈਜ਼ ਨਹੀਂ ਹੈਗੇ ਹਨ, ਇੰਪਲੋਇਰਸ ਆਰ ਸਰਚਿੰਗ ਫॉर ਗੁੱਡ ਇੰਪਲੋਈਜ਼। ਆਈ ਥਿੰਕ ਇਟਸ ਅ ਗ੍ਰੇਟ ਡੈਸਟੀਨੇਸ਼ਨ ਜੇ ਤੁਸੀਂ ਜਰਮਨੀ ਸੈਟਲ ਹੋਣਾ ਚਾਹੁੰਦੇ ਹੋ। ਮੈਂ ਜਰਮਨੀ ਹਰ ਸਾਲ ਵਿਜ਼ਿਟ ਕਰਦਾ ਕਿਉਂਕਿ ਉੱਥੇ ਬਰਲਿਨ ਵਿੱਚ ਬਹੁਤ ਵੱਡਾ ਐਜੂਕੇਸ਼ਨ ਫੇਅਰ ਹੁੰਦਾ ਹਰ ਸਾਲ ਅਕਤੂਬਰ ਨਵੰਬਰ 'ਚ, ਔਰ ਇਸ ਸਾਲ ਵੀ ਮੈਂ ਆਲਰੇਡੀ 6, 7, 9, 8 ਨਵੰਬਰ ਨੂੰ ਬਰਲਿਨ 'ਚ ਹੋਵਾਂਗਾ, ਔਰ ਮੈਂ ਕੋਸ਼ਿਸ਼ ਕਰਦਾ ਕਿ ਜਿਹੜੇ ਆਲੇ ਦੁਆਲੇ ਦੇ ਕਾਲਜਸ ਹੈਗੇ ਮੈਂ ਉੱਥੇ ਵਿਜ਼ਿਟ ਕਰਕੇ ਆਵਾਂ, ਇਨਫੋਰਮੇਸ਼ਨ ਦੇ ਕੇ ਆਵਾਂ। ਸੋ ਸਟੂਡੈਂਟਸ ਇਹ ਚੀਜ਼ ਦਾ ਫਾਇਦਾ ਤੁਹਾਨੂੰ ਹੀ ਹੁੰਦਾ ਕਿਉਂਕਿ ਜਦੋਂ ਕੰਸਲਟੈਂਟ ਨੂੰ ਨੌਲੇਜ ਹੁੰਦੀ ਹੈ ਨਾ ਕਿ ਕਿੱਦਾਂ ਦਾ ਇਨਫਰਾਸਟਰਕਚਰ ਮਿਲ ਰਿਹਾ ਹੈ, ਕਿੱਦਾਂ ਸਟੂਡੈਂਟਸ ਉੱਥੇ ਜਾ ਕੇ ਸੇਫ ਹੈਗੇ ਹੈ। ਸੋ ਮੈਂ ਬਹੁਤ ਸਾਰੇ ਬੱਚੇ ਉੱਥੇ ਇੱਦਾਂ ਦੇ ਭੇਜੇ ਜਿਹੜੇ ਕਹਿੰਦੇ ਸੀ ਅਸੀਂ ਕੈਨੇਡਾ ਜਾਣਾ ਸੀ, ਜਰਮਨੀ ਆ ਗਏ, ਔਰ ਅਸੀਂ ਬਹੁਤ ਸੈਟਿਸਫਾਈ ਹਾਂ। ਸੋ ਬਿਲਕੁਲ ਜੀ, ਇੱਕ ਡਾਇਰੈਕਟ ਲਿੰਕ ਹੋਣੇ, ਜਿਵੇਂ ਸਰ ਹਰ ਕੰਟਰੀ ਦੇ ਵਿੱਚ ਵਿਜ਼ਿਟ ਕਰਦੇ ਨੇ, ਹਰ ਕਾਲਜ ਯੂਨੀਵਰਸਿਟੀ ਦੇ ਵਿੱਚ ਵਿਜ਼ਿਟ ਕਰਦੇ ਨੇ, ਤੁਹਾਡੇ ਲਈ ਸੋਚਦੇ ਨੇ ਕਿ ਬੱਚਿਆਂ ਨੂੰ ਕਿੱਦਾਂ ਉੱਥੇ ਜਾ ਕੇ ਸੈਟਲ ਹੋ ਪਾਉਣਗੇ, ਕਿਹੜੀਆਂ ਆਪਸ਼ਨਸ ਮਿਲਣਗੀਆਂ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਕਿਉਂਕਿ ਜੋ ਬੰਦਾ ਖੁਦ ਹੀ ਨਹੀਂ ਗਿਆ ਉਹ ਤੁਹਾਨੂੰ ਕਿੱਥੋਂ ਆਪਸ਼ਨ ਦੇਵੇਗਾ। ਸੋ ਇਹ ਚੀਜ਼ਾਂ ਵੀ ਤੁਸੀਂ ਦੇਖਣੀਆਂ, ਔਰ ਬਹੁਤ ਸਾਰੀ ਕੰਪਨੀਜ਼ ਇੱਦਾਂ ਦੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਦੇ ਡਾਇਰੈਕਟ ਲਿੰਕ ਹੀ ਨਹੀਂ ਹੁੰਦੇ। ਸੋ ਵਾਇਆ ਘੁੰਮ ਕੇ ਉਹਨਾਂ ਨੇ ਤੁਹਾਡਾ ਵੀਜ਼ਾ ਲਗਵਾਉਣਾ ਹੁੰਦਾ, ਸੋ ਉਹਦੇ ਲਈ ਬਹੁਤ ਲੰਬਾ ਵੀ ਟਾਈਮ ਲੱਗ ਜਾਂਦਾ ਅਤੇ ਕਈ ਵਾਰ ਰਿਫਿਊਜ਼ਲਸ ਵੀ ਆ ਜਾਂਦੀਆਂ ਨੇ। ਸੋ ਸਰ ਜਰਮਨੀ ਤੋਂ ਬਾਅਦ ਨਿਊਜ਼ੀਲੈਂਡ ਦੀ ਗੱਲ ਕਰਾਂਗੇ। ਨਿਊਜ਼ੀਲੈਂਡ ਹੁਣ ਕਾਫੀ ਪ੍ਰਮੋਟ ਹੋ ਰਿਹਾ, ਹੁਣ ਆ ਰਹੇ ਨੇ, ਅੱਛਾ ਸਕਸੈਸ। ਸੋ ਨਿਊਜ਼ੀਲੈਂਡ ਅੱਜ ਦੀ ਡੇਟ 'ਚ ਦੇਖੋ ਫਾਈਨੈਂਸ਼ੀਅਲਸ ਮੈਟਰ ਕਰ ਰਹੇ ਆ, ਤੁਹਾਡੇ ਓਵਰਆਲ 5.5 ਬੈਂਡ ਹੈ, ਤੁਸੀਂ ਨਿਊਜ਼ੀਲੈਂਡ ਅਪਲਾਈ ਕਰ ਸਕਦੇ ਹੋ। ਬਟ ਜੇ ਫਾਈਨੈਂਸ਼ੀਅਲਸ ਤੁਹਾਡੇ ਕੋਲ ਸਹੀ ਹੈਗੇ ਆ, ਜਿਵੇਂ ਕਿ 30 ਲੱਖ ਰੁਪਈਆ ਮਿਨੀਮਮ 30 ਲੱਖ ਰੁਪਈਆ 6 ਮਹੀਨੇ ਪੁਰਾਣਾ ਚਾਹੀਦਾ ਹੀ ਚਾਹੀਦਾ। ਉਸ ਤੋਂ ਇਲਾਵਾ ਤੁਸੀਂ ਐਜੂਕੇਸ਼ਨ ਲੋਨ ਸ਼ੋਅ ਕਰ ਸਕਦੇ ਹੋ ਤਾਂ ਤੁਸੀਂ ਨਿਊਜ਼ੀਲੈਂਡ ਲਈ ਐਲੀਜੀਬਲ ਹੈਗੇ ਹੋ, ਬਿਕੋਜ਼ ਨਿਊਜ਼ੀਲੈਂਡ ਫਾਈਨੈਂਸ਼ੀਅਲ ਬਹੁਤ ਜ਼ਿਆਦਾ ਮਤਲਬ ਕਿ ਬਾਰੀਕੀ ਦੇ ਨਾਲ ਦੇਖਦਾ, ਔਰ ਤੁਹਾਡੀ ਐਪਲੀਕੇਸ਼ਨ 'ਚ ਕੀ ਲਿਖਿਆ ਗਿਆ ਉਹ ਲੈਂਸ ਲਾ ਕੇ ਪੜ੍ਹਿਆ ਜਾਂਦਾ ਹੈ। ਸੋ ਨਿਊਜ਼ੀਲੈਂਡ 'ਚ ਪਹਿਲੀ ਗੱਲ ਤਾਂ ਤੁਸੀਂ ਇੱਦਾਂ ਹੀ ਨਹੀਂ ਅਪਲਾਈ ਕਰ ਸਕਦੇ ਕਿ ਤੁਸੀਂ ਨਿਊਜ਼ੀਲੈਂਡ ਦਾ ਸੋਚਿਆ ਔਰ ਆਪਾਂ ਅਪਲਾਈ ਕਰਤਾ, ਨਹੀਂ। ਨਿਊਜ਼ੀਲੈਂਡ ਬਹੁਤ ਹੀ ਜ਼ਿਆਦਾ ਤੁਹਾਨੂੰ ਐਕਸਪਰਟਾਈਜ਼ ਚਾਹੀਦੀ ਹੈ। ਕੋਵਿਡ ਤੋਂ ਬਾਅਦ ਨਿਊਜ਼ੀਲੈਂਡ ਦੁਬਾਰਾ ਖੁੱਲ੍ਹਿਆ ਔਰ ਬਹੁਤ ਜ਼ਿਆਦਾ ਵੀਜ਼ਾ ਦੇਣਾ ਚਾਹੁੰਦਾ, ਬਹੁਤ ਪੋਜ਼ੀਟਿਵ ਹੈ। ਸੋ ਓਵਰਆਲ 6 ਬੈਂਡ, 5.5 ਬੈਂਡ ਐਂਡ ਉਸ ਤੋਂ ਜ਼ਿਆਦਾ ਬੈਂਡਸ ਦੇ ਨਾਲ ਨਿਊਜ਼ੀਲੈਂਡ ਅਪਲਾਈ ਕਰ ਸਕਦੇ ਹੋ। ਨਿਊਜ਼ੀਲੈਂਡ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇਗਾ। ਜਿਹੜੇ ਸਟੂਡੈਂਟ IT, ਹੈਲਥ ਔਰ ਇੰਜੀਨੀਅਰਿੰਗ 'ਚ ਅਪਲਾਈ ਕਰਨਗੇ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਡਿਪਲੋਮਾ ਤੋਂ ਬਾਅਦ। ਪਰ ਜਿਹੜੇ ਸਟੂਡੈਂਟ ਆਰਟਸ ਔਰ ਹੌਸਪਿਟੈਲਿਟੀ ਵਾਲੇ ਬੱਚੇ ਆ ਜਾਂ ਕਮਰਸ ਵਾਲੇ ਬੱਚੇ ਆ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਬੈਚਲਰ ਡਿਗਰੀ ਤੋਂ ਬਾਅਦ। ਸੋ ਨਿਊਜ਼ੀਲੈਂਡ ਦੀ ਫੀਸ ਜਿਹੜੀ ਹੈਗੀ ਉਹ 10 ਤੋਂ 15 ਲੱਖ ਦੇ ਵਿੱਚ ਰੇਂਜ ਕਰਦੀ ਹੈ, ਔਰ ਸਟੂਡੈਂਟਸ ਡਿਪੈਂਡ ਕਰਦੇ ਕਿ ਤੁਸੀਂ ਯੂਨੀਵਰਸਿਟੀ 'ਚ ਜਾ ਰਹੇ ਹੋ, ਤੁਸੀਂ ਪ੍ਰਾਈਵੇਟ ਕਾਲਜ 'ਚ ਜਾ ਰਹੇ ਹੋ ਕਿ ਤੁਸੀਂ ਗਵਰਨਮੈਂਟ ਕਾਲਜ 'ਚ ਜਾ ਰਹੇ ਹੋ। ਬਿਕੋਜ਼ ਨਿਊਜ਼ੀਲੈਂਡ 'ਚ ਪ੍ਰਾਈਵੇਟ ਕਾਲਜ 'ਚ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਬਿਕੋਜ਼ ਜਿਹੜੀ ਟਿਊਸ਼ਨ ਫੀਸ ਹੈ ਉਹ ਵੀਜ਼ਾ ਲੱਗਣ ਤੋਂ ਪਹਿਲਾਂ ਕੋਈ ਫੀਸ ਨਹੀਂ ਜਾਂਦੀ। ਸੋ ਨਿਊਜ਼ੀਲੈਂਡ 'ਚ ਤੁਹਾਡੀ ਸਭ ਤੋਂ ਪਹਿਲਾਂ ਆਫਰ ਲੈਟਰ ਆਉਂਦੀ ਹੈ, ਐਂਡ ਆਫਰ ਲੈਟਰ ਆਉਣ ਤੋਂ ਬਾਅਦ ਤੁਸੀਂ ਡਾਕੂਮੈਂਟਸ ਇਕੱਠੇ ਕਰਦੇ ਹੋ, ਯੂ ਕਲੈਕਟ ਆਲ ਯੂਅਰ ਫਾਈਨੈਂਸ਼ੀਅਲਸ ਕਿ ਤੁਹਾਡੀ ਫਾਈਨੈਂਸ਼ੀਅਲ ਕੀ ਹੈਗੇ ਆ, ਤੁਸੀਂ ਇਨਕਮ ਟੈਕਸ ਰਿਟਰਨਸ, ਬੈਂਕ ਸਟੇਟਮੈਂਟਸ, ਜਸਟੀਫਿਕੇਸ਼ਨ ਆਫ ਯੂਅਰ ਫੰਡਸ, ਐਂਡ ਤੁਸੀਂ ਪੂਰਾ ਤਰੀਕੇ ਆਪਣੀ ਫਾਈਲ ਤਿਆਰ ਕਰਦੇ ਹੋ ਵਿਚ ਕੈਨ ਬੀ ਲੋਟ ਆਫ ਡਾਕੂਮੈਂਟਸ, ਐਂਡ ਫਿਰ ਤੁਸੀਂ ਅੰਬੈਸੀ 'ਚ ਸਬਮਿਟ ਕਰਦੇ ਹੋ ਵਿਦ ਅੰਬੈਸੀ ਫੀਸ। ਨੋ ਟਿਊਸ਼ਨ ਫੀਸ, ਪਹਿਲਾਂ ਕੋਈ ਪੈਸਾ ਨਹੀਂ ਜਾਂਦਾ। ਐਂਡ ਜਦੋਂ ਫਾਈਲ ਅਸੈਸ ਕਰਦੀ ਅੰਬੈਸੀ ਫਿਰ ਤੁਸੀਂ ਆਪਣੀ ਟਿਊਸ਼ਨ ਫੀਸ ਪੇ ਕਰਨੀ। ਫਿਰ ਉਹਨੂੰ ਜਿਹਨੂੰ ਕਹਿੰਦੇ ਆ AIP ਇੱਕ ਇਸ਼ੂ ਹੁੰਦਾ ਕਿ ਤੁਹਾਨੂੰ ਅਪਰੂਵਲ ਇਨ ਪ੍ਰਿੰਸੀਪਲ ਮਿਲ ਗਈ ਹੈ ਨਿਊਜ਼ੀਲੈਂਡ ਵੱਲੋਂ, ਔਰ ਫਿਰ ਤੁਸੀਂ ਟਿਊਸ਼ਨ ਫੀਸ ਪੇ ਕਰਦੇ ਹੋ ਨਿਊਜ਼ੀਲੈਂਡ 'ਚ, ਔਰ ਫਿਰ ਤੁਸੀਂ ਟਰੈਵਲ ਕਰਦੇ ਹੋ। ਸੋ ਨਿਊਜ਼ੀਲੈਂਡ ਦਾ ਪ੍ਰੋਸੈਸ ਬਹੁਤ ਹੀ ਸਿੰਪਲ ਹੈ। ਲੈਂਡਮਾਰਕ ਇਮੀਗ੍ਰੇਸ਼ਨ ਨਿਊਜ਼ੀਲੈਂਡ 'ਚ ਵੀ ਬਹੁਤ ਵੱਡੇ ਨੰਬਰਸ 'ਚ ਬੱਚੇ ਭੇਜ ਚੁੱਕੇ ਆ। ਸੋ ਪੂਰੀ ਐਕਸਪਰਟਾਈਜ਼ ਹੈ, ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਜ਼ਰੂਰ ਮਿਲ ਸਕਦੇ ਹੋ ਆਉਣ ਵਾਲੇ ਸੈਮੀਨਾਰਸ 'ਚ, ਜਿਹਦੀ ਸਕਰੋਲ ਸਾਡੇ ਨੀਚੇ ਚੱਲ ਰਹੀ ਹੈ ਸ਼ੋਅ ਦੇ, ਕਾਲ ਕਰ ਸਕਦੇ ਹੋ 90 413 90 412। ਸਾਡੇ ਆਫਿਸਿਸ ਹੈਗੇ ਆ ਵਡੋਦਰਾ ਗੁਜਰਾਤ 'ਚ ਸਾਡਾ ਆਫਿਸ ਹੈ, ਬੈਂਗਲੌਰ 'ਚ ਸਾਡਾ ਆਫਿਸ ਹੈ, ਜੰਮੂ 'ਚ ਸਾਡਾ ਆਫਿਸ ਹੈ, ਜੀਂਦ ਹਰਿਆਣਾ 'ਚ ਸਾਡਾ ਆਫਿਸ ਹੈ, ਕਰਨਾਲ 'ਚ ਸਾਡਾ ਆਫਿਸ ਹੈ, ਚੰਡੀਗੜ੍ਹ ਸੈਕਟਰ 17 'ਚ ਸਾਡਾ ਆਫਿਸ ਹੈ, ਮੋਹਾਲੀ 'ਚ ਆਫਿਸ ਹੈ, ਮੋਗਾ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਲੁਧਿਆਣਾ ਸਾਡਾ ਆਫਿਸ ਹੈ। ਨੀਅਰੈਸਟ ਆਫਿਸ ਵਿਜ਼ਿਟ ਕਰੋ, ਅਸੈਸਮੈਂਟ ਕਰਾਓ। ਜੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਮੈਂ ਮੋਹਾਲੀ ਹੈੱਡ ਆਫਿਸ 'ਚ ਬੈਠਦਾ, 90 413 90 412 'ਤੇ ਕਾਲ ਕਰਕੇ ਅਪੁਆਇੰਟਮੈਂਟ ਲੈ ਸਕਦੇ ਹੋ।
ਜੀ ਸੋ ਬਿਲਕੁਲ ਜੀ ਸਟੂਡੈਂਟਸ ਆਈ ਹੋਪ ਅੱਜ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਮਿਲੀ ਹੋਏਗੀ। ਜਿੱਥੇ ਅਸੀਂ ਕੰਟਰੀਜ਼ ਦੀ ਗੱਲ ਕੀਤੀ ਹੈ ਉੱਥੇ ਨਾਲ ਦੀ ਨਾਲ ਤੁਹਾਡੇ ਨਾਲ ਕੋਈ ਫਰਾਡ ਨਾ ਹੋਵੇ, ਤੁਸੀਂ ਕਿਸ ਤਰ੍ਹਾਂ ਆਪਣਾ ਕੰਸਲਟੈਂਟ ਚੂਜ਼ ਕਰਨਾ ਉਹਦੀ ਵੀ ਅਸੀਂ ਗੱਲ ਕੀਤੀ ਹੈ। ਸੋ ਥੈਂਕ ਯੂ ਸੋ ਮਚ ਸਰ। ਥੈਂਕ ਯੂ ਸੋ ਮਚ। ਸੋ ਸਟੂਡੈਂਟਸ ਆਈ ਹੋਪ ਤੁਸੀਂ ਇਹਨਾਂ ਸੈਮੀਨਾਰਸ ਨੂੰ ਜ਼ਰੂਰ ਅਟੈਂਡ ਕਰੋਗੇ ਕਿਉਂਕਿ ਤੁਹਾਡੇ ਲਈ ਰੱਖੇ ਜਾ ਰਹੇ ਨੇ। ਨੀਚੇ ਡੇਟਸ ਜਿਹੜੀਆਂ ਨੇ ਉਹ ਫਲੈਸ਼ ਹੋ ਰਹੀਆਂ ਨੇ। ਬਾਕੀ ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਨੰਬਰ ਆ ਹੀ ਗਏ ਨੇ ਤੁਹਾਡੇ ਕੋਲ ਲੈਂਡਮਾਰਕ ਇਮੀਗ੍ਰੇਸ਼ਨ ਦੇ। ਸੋ ਇਹਨਾਂ ਨੂੰ ਤਾਂ ਤੁਸੀਂ ਪੱਕਾ ਹੀ ਨੋਟ ਕਰਕੇ ਰੱਖ ਲਓ। ਅੱਜ ਨਹੀਂ ਕਾਲ ਕਰ ਸਕਦੇ ਕੱਲ੍ਹ ਕਰੋ, ਪਰਸੋਂ ਕਰੋ, ਜਦੋਂ ਮਰਜ਼ੀ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਕਾਲ ਕਰੋ। ਇੱਕ ਪ੍ਰੋਪਰ ਡਿਸਕਸ਼ਨ ਜੇਕਰ ਤੁਸੀਂ ਕਰਨੀ ਚਾਹੁੰਦੇ ਹੋ ਉਹ ਤੁਸੀਂ ਕਰੋ। ਜੋ ਵੀ ਨੀਅਰ ਬਾਏ ਆਫਿਸ ਪੈਂਦਾ ਉੱਥੇ ਜਾ ਕੇ ਕਾਉਂਸਲਰਸ ਨੂੰ ਮਿਲੋ, ਸਰ ਨੂੰ ਮਿਲਣਾ ਸਰ ਨੂੰ ਮਿਲੋ ਅਤੇ ਜ਼ਰੂਰ ਜਿਹੜਾ ਹੈਗਾ ਤੁਹਾਡਾ ਵੀਜ਼ਾ ਆਏਗਾ। ਸੋ ਹੁਣ ਲਾਸਟ ਦੇ ਵਿੱਚ ਕੁਝ ਸਕਸੈਸ ਸਟੋਰੀਜ਼ ਨੇ, ਦੇਖਦੇ ਹਾਂ ਕਿ ਜਿਹੜੇ ਬੱਚੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਨਾਲ ਜੁੜੇ ਨੇ ਉਹਨਾਂ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ। Everybody, this is Surbhi from Landmark Immigration and आज हमारे साथ हैं अमनप्रीत कौर। अमनप्रीत का वीजा कनाडा से स्टैम्प होकर आ गया। कॉन्ग्रेचुलेशन अमनप्रीत, कैसा फील कर रहे हैं आप? बहुत अच्छा फील कर रहे हैं। हाँ जी मैम। अच्छा, आप मुझे एक बात बताइए कि कैसी रही आपकी जर्नी? पहली बार अप्लाई किया था, वीजा आ गया? यस मैम। ओके, फर्स्ट टाइम में वीजा आ गया। यस मैम। सो ये भी एक बहुत अच्छी चीज़ है क्योंकि कुछ स्टूडेंट्स को कहीं ना कहीं रिफ्यूजल्स का सामना करना पड़ता है और जब पहली बारी में वीजा आ जाए तो इट फील्स रियली गुड। एंड आपकी क्या प्रोफाइल है? I done my BSc nursing in India, but I got admission in Salt College. ओके, सो कॉलेज ਦੇ ਕਿਹੜੇ ਕੈਂਪਸ ਵਿੱਚ ਜਾ ਰਹੇ ਹੋ ਤੁਸੀਂ? Brampton। ਬ੍ਰੈਂਪਟਨ। ਹੈਲਥ ਕੇਅਰ ਦਾ ਪ੍ਰੋਗਰਾਮ ਲਿੱਤਾ? हाँ जी मैम। ਠੀਕ ਹੈ, ਕਿੰਨੇ ਸਾਲ ਦਾ ਪ੍ਰੋਗਰਾਮ ਲਿੱਤਾ ਹੈ ਤੁਸੀਂ? 2 years। 2 ਇਅਰਸ ਦਾ, ਬਹੁਤ ਵਧੀਆ। ਬ੍ਰੈਂਪਟਨ ਵਿੱਚ ਤੁਹਾਨੂੰ 2 ਇਅਰਸ ਦਾ ਹੈਲਥ ਕੇਅਰ ਪ੍ਰੋਗਰਾਮ ਮਿਲਿਆ। ਸੋ ਕੀ ਪ੍ਰੋਫਾਈਲ ਸੀ ਓਵਰਆਲ, ਲਾਈਕ ਪਰਸੈਂਟੇਜ ਕਿੰਨੀ ਸੀ ਤੇ ਬੈਂਡ ਸਕੋਰ ਕਿੰਨਾ ਸੀ? Overall, I got 6.5 band, and I also got my 70% in BSc nursing. दैट्स ग्रेट। I also done my क्या किया हुआ था आपने? यू हैव डन एक्सपीरियंस ही उस तो no ma'am. Ma'am, I take only 2 month experience from DMC, but after that I take decision to go abroad because my brother is in abroad. अच्छा, भैया आपके वहीं हैं? Yes ma'am। कौन से एरिया में? ब्रैम्पटन में ही? Yes ma'am। कौन से? वो भी स्टडी वीजा पर गए थे? हाँ जी वो मैम। कब गए थे? वो 2021 में। अच्छा, वो 2021 में ही गए हैं। हाँ जी। यहीं से गए थे? नहीं नहीं नहीं, मैम। वो कहीं और से गए थे। आपको फिर लैंडमार्क के बारे में कैसे पता चला? जब मैं आइल्स कर रही थी तो मुझे कज़न थे मेरे, उन्होंने बताया था तो लैंडमार्क इमिग्रेशन से अप्लाई करना है, तो मैंने अप्लाई किया। बट यहाँ की सर्विस मुझे बहुत अच्छी लगी क्योंकि इन्होंने टाइम टू टाइम रिप्लाई किया। जो भी डाउट थे हमारे, जो भी क्लियरेंस थे। तो कौन सी ब्रांच के थ्रू अप्लाई किया था? आप कहाँ मोगा से? ब्रांच। मोगा से बिलोंग करते हैं आप? नो मैम, श्रीनगर से। अच्छा, तो फिर आप मोगा गए, वहाँ हाँ से जी। आपने Apply अपनी किया। प्रोसीजर शुरू किया। हाँ जी मैम। दैट इज ग्रेट। जर्नी बड़ी स्मूथ सी रही। कितने टाइम में वीजा आ गया? मेड डेज। 8 डे? अच्छा, आपका वीजा 8 दिनों में ही आ गया है। तो अब ये तो मुझे लगता है कि आपको हमारे स्टूडेंट्स को जरूर बताना चाहिए कि सिर्फ Yes, ma'am। 8 डेज में अमनप्रीत का वीजा जो है वो स्टैम्प होकर आ गया है। Yes, सो ma'am। दैट इज ग्रेट, दैट इज अ बिग थिंग एंड कॉन्ग्रेचुलेशन Thank you, अमन। ma'am। मुझे लगता है कि आपको तो कोई फर्क नहीं पड़ता होगा, आपको तो ये होगा कि इतनी जल्दी आपको हुआ, एक बार यकीन हुआ जब मुझे आपको तो पता चला? यकीन ही नहीं हुआ। मैम ने है ना? जब कॉल किया था तो मुझे लगा मैम वैसे ही बोल रही हूँ, बट सच में जब मैंने लेटर देखा, अप्रूवल लेटर, तो मुझे यकीन हुआ कि हाँ सच में मेरा इतनी जल्दी आ गया। ठीक है, दैट इज ग्रेट, कॉन्ग्रेचुलेशन। Thank you, ma'am। थैंक यू सो मच। ਸਤਿ ਸ਼੍ਰੀ ਅਕਾਲ, ਮੇਰਾ ਨਾਮ ਮਹਿਕਦੀਪ ਕੌਰ ਹੈ ਤੇ ਮੈਂ ਰੀਸੈਂਟਲੀ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਆਪਣੀ ਫਾਈਲ ਅਪਲਾਈ ਕੀਤੀ ਸੀ ਤੇ ਮੇਰਾ ਵੀਜ਼ਾ ਆਇਆ ਫॉर ਸੈਪਟੈਂਬਰ 2023 ਫॉर ਸ਼ੈਰੀਡਨ ਕਾਲਜ ਐਂਡ ਮੇਰਾ ਐਕਸਪੀਰੀਅੰਸ ਲੈਂਡਮਾਰਕ ਇਮੀਗ੍ਰੇਸ਼ਨ ਨਾਲ ਬਹੁਤ ਵਧੀਆ ਰਿਹਾ ਐਂਡ ਮੇਰੇ ਫਸਟ ਟਾਈਮ 'ਚ ਹੀ ਵੀਜ਼ਾ ਆ ਗਿਆ ਸੋ ਆਈ ਐਮ ਵੈਰੀ ਗ੍ਰੇਟਫੁਲ ਫॉर। Hello, my name is Parvjot Kaur. I get a 6.5 band in my IELTS exam, and now I have experience of landmark as I get a second time a visa of landmark because first time it was a refusal, but second time I get the visa. So it was a very wonderful experience with the landmark as everything they did, and I think it is a best decision which I made to choose a landmark immigration. Thank you.